ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਲਡ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਫਾਈਨਲੀ ਸਤੰਬਰ ਦਾ ਮਹੀਨਾ ਆ ਗਿਆ। ਪੂਰੀ ਦੁਨੀਆ ਨੂੰ ਇਸ ਮਹੀਨੇ ਦੀ ਉਡੀਕ ਸੀ ਕਿਉਂਕਿ G20 ਸਮਿਟ ਹੋਣ ਜਾ ਰਹੀ ਹੈ ਭਾਰਤ ਦੇ ਵਿੱਚ। ਭਾਰਤ ਇਸ ਨੂੰ ਲੀਡ ਕਰ ਰਿਹਾ ਹੈ। ਪੂਰੀ ਦੁਨੀਆ ਦੇ ਪਪੂਲਰ ਐਂਡ ਗ੍ਰੇਟ ਲੀਡਰਸ ਆ ਰਹੇ ਨੇ ਭਾਰਤ ਦੇ ਵਿੱਚ ਇਸ ਸਮਿਟ ਦਾ ਹਿੱਸਾ ਬਣਨ ਦੇ ਵਾਸਤੇ। ਔਰ ਸਭ ਤੋਂ ਵੱਡੀ ਗੱਲ ਇਹ ਹੋਣ ਜਾ ਰਹੀ ਹੈ ਕਿ ਪ੍ਰੈਜ਼ੀਡੈਂਟ ਆਫ ਅਮਰੀਕਾ ਜੋ ਬਾਈਡਨ ਵਿਜ਼ਿਟ ਕਰ ਰਹੇ ਨੇ ਇੰਡੀਆ ਨੂੰ। 9 ਤੇ 10 ਸਤੰਬਰ ਦੋ ਡੇਟਸ ਰੱਖੀਆਂ ਗਈਆਂ ਨੇ ਇਸ ਸਮਿਟ ਵਾਸਤੇ। ਕਈ ਵਰਲਡ ਲੀਡਰਸ ਨਹੀਂ ਵੀ ਆ ਰਹੇ। ਕਿਉਂ ਨਹੀਂ ਆ ਰਹੇ, ਇਸ ਦਾ ਵੀ ਕਾਰਨ ਹੈ। ਔਰ ਜੋ ਆ ਰਹੇ ਨੇ ਕਿਉਂ ਆ ਰਹੇ ਨੇ, ਉਸ ਦਾ ਵੀ ਇੱਕ ਕਾਰਨ ਹੈ। ਜੋ ਬਾਈਡਨ ਸਾਹਿਬ ਕਿਉਂ ਆ ਰਹੇ ਨੇ, ਇਸ ਦਾ ਤੇ ਖਾਸ ਕਾਰਨ ਹੈ। ਔਰ ਅਸੀਂ ਡਿਸਕਸ ਕਰਾਂਗੇ ਇਹ ਸਾਰੇ ਮਸਲੇ ਜੋ ਪੂਰੀ ਦੁਨੀਆ ਦੇ ਡਿਸਕਸ ਹੋਣੇ ਨੇ ਇਸ G20 ਸੰਮੇਲਨ ਦੇ ਵਿੱਚ ਅਮਰੀਕਨ ਪ੍ਰੋਸਪੈਕਟਿਵ ਤੋਂ, ਕਿਉਂਕਿ ਅਮਰੀਕਾ ਵਰਲਡ ਲੀਡਰ ਹੈ, ਅਮਰੀਕਾ ਸੁਪਰ ਪਾਵਰ ਹੈ, ਬਿਗੇਸਟ ਇਕਨੋਮੀ ਐਂਡ ਪਰ ਕੈਪੀਟਾ ਇਨਕਮ ਸਭ ਤੋਂ ਜ਼ਿਆਦਾ। ਸੋ ਅਮਰੀਕਾ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖ ਰਿਹਾ ਕਿ ਕਿਹੜੀ ਕੰਟਰੀ ਆ ਰਹੀ ਹੈ, ਕਿਹੜੀ ਕੰਟਰੀ ਨਹੀਂ ਆ ਰਹੀ, ਇਸ ਬਾਰੇ ਡਿਸਕਸ ਕਰਾਂਗੇ। ਤੇ ਨਾਲ ਭਾਰਤ ਤੇ ਅਮਰੀਕਾ ਦੀ ਜੇ ਅਸੀਂ ਗੱਲ ਕਰੀਏ ਤਾਂ ਦੋਨੋਂ ਕਦੀ ਵੀ ਨੈਚੁਰਲ ਐਲਾਏ ਨਹੀਂ ਰਹੇ। ਔਰ ਕਿਹਾ ਇਹ ਵੀ ਜਾਂਦਾ ਹੈ ਕਿ ਅਮਰੀਕਾ ਕਦੀ ਭਾਰਤ ਨੂੰ ਸਮਝ ਨਹੀਂ ਸਕਿਆ। ਸੋ ਇਹ ਸਾਰੀਆਂ ਗੱਲਾਂ ਅੱਜ ਅਸੀਂ ਕਰਨ ਜਾ ਰਹੇ ਹਾਂ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਪ੍ਰੋਫੈਸਰ ਆਸ਼ਿਮਾ ਸਾਹਨੀ, ਡਿਪਾਰਟਮੈਂਟ ਆਫ ਪੋਲੀਟੀਕਲ ਸਾਇੰਸ, ਜਿਨ੍ਹਾਂ ਦੀ ਐਕਸਪਰਟੀਜ਼ ਹੈ ਇੰਟਰਨੈਸ਼ਨਲ ਪੋਲਿਟਿਕਸ ਐਂਡ ਇੰਡੀਅਨ ਪੋਲਿਟੀ, KMV ਕਾਲਜ ਜਲੰਧਰ ਤੋਂ। ਵੈਲਕਮ ਟੂ NRI ਵਰਲਡ ਮੈਮ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫॉर ਇਨਵਾਈਟਿੰਗ ਮੀ ਵਾਂਸ ਅਗੇਨ ਔਨ ਯੋਰ ਸ਼ੋ। ਥੈਂਕ ਯੂ ਸਰ। ਸੋ ਵਿਆਹ ਧਰਿਆ ਹੋਇਆ ਇੰਡੀਆ ਦੇ ਵਿੱਚ ਹਾਂਜੀ, ਕਿਉਂਕਿ G20 ਜੋ ਸਮਿਟ ਹੋਣ ਜਾ ਰਹੀ ਹੈ, ਇੰਨਾ ਖਰਚਾ ਔਰ ਇੰਨੀ ਪਬਲਿਸਿਟੀ, ਔਰ ਤੁਸੀਂ ਦੇਖੋ ਕਿ ਕਿੰਨੇ ਡਰਾਮੈਟਿਕ ਇਵੈਂਟਸ ਹੋਣ ਜਾ ਰਹੇ ਨੇ। ਔਰ ਇੱਧਰ CY3 ਚੰਦਰਯਾਨ 3 ਪਹੁੰਚਿਆ ਹੈ ਚੰਦਰਮਾ ਦੇ ਉੱਤੇ, ਔਰ ਆਦਿਤਿਆ 1 ਨੂੰ ਲਾਂਚ ਕੀਤਾ ਹੈ। ਅਸੀਂ ਸੂਰਜ ਦੇ ਉੱਤੇ ਸੈਰ ਕਰਨ ਗਿਆ ਹੋਇਆ, ਉੱਥੋਂ ਦੀ ਸਾਰੀ ਇਨਫੋਰਮੇਸ਼ਨ ਲੈ ਕੇ ਆਉਣੀ ਹੈ ਫਸਟ ਟਾਈਮ ਸੋਲਰ ਸਿਸਟਮ ਦੇ ਉੱਤੇ। ਔਰ ਜੋ ਏਲੀਅਨਸ ਲਾਈਫਸ ਨੇ ਉਹਨਾਂ ਬਾਰੇ ਵੀ ਅਸੀਂ ਸਟੱਡੀ ਕਰਨ ਜਾ ਰਹੇ ਹਾਂ। ਆਰਮੀ ਦੀਆਂ ਡਰਿਲਸ ਹੋ ਰਹੀਆਂ ਨੇ, ਔਰ ਇੰਡੀਆ ਦੇ ਵਿੱਚ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਘੋਸ਼ਿਤ ਕਰ ਦਿੱਤਾ ਗਿਆ ਕਿਉਂਕਿ 2024 ਦੀਆਂ ਇਲੈਕਸ਼ਨਸ ਨੂੰ ਸਾਹਮਣੇ ਰੱਖਿਆ ਗਿਆ। ਔਰ ਜੋ ਬਾਈਡਨ ਸਾਹਿਬ ਆ ਰਹੇ ਨੇ ਔਰ G20 ਸੰਮੇਲਨ ਹੋਣ ਜਾ ਰਿਹਾ ਹੈ। ਪੂਰਾ ਡਰਾਮਾ ਚੱਲ ਰਿਹਾ ਹੈ, ਇਹ ਸਾਰੇ ਡਰਾਮੈਟਿਕ ਇਫੈਕਟਸ ਦਿੱਤੇ ਜਾ ਰਹੇ ਨੇ। ਸੋ ਵਾਟ ਇਜ਼ ਦ ਰੀਜ਼ਨ? ਵੈਲ ਰੀਜ਼ਨ ਇਜ਼ ਕਿ G20 ਦਾ ਸੰਮੇਲਨ ਹੈ। ਇੰਡੀਆ ਵਾਂਟਡ ਟੂ ਸ਼ੋਕੇਸ ਇਟਸੈਲਫ ਟੂ ਦੀ ਵਰਲਡ, ਯੈਸ, ਕਿ ਮੈਂ ਇੱਕ ਵਾਕਈ ਹੀ ਰਾਈਜ਼ਿੰਗ ਪਾਵਰ ਹੈ ਨਾ। ਹਾਲਾਂਕਿ ਇਸ ਦਾ ਜਿਹੜਾ ਲੋਹਾ ਹੈ ਦੁਨੀਆ ਮੰਨ ਚੁੱਕੀ ਹੋਈ ਹੈ ਜੀ, ਲੇਕਿਨ ਆਪਣੇ ਆਪ ਨੂੰ ਇਸੇ ਹੀ ਸਪੀਡ 'ਚ ਆਪਣੇ ਆਪ ਨੂੰ ਬਣਾਏ ਰੱਖਣਾ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ। ਤੁਸੀਂ ਨੋਟਿਸ ਕਰੋਗੇ ਕਿ G20 ਦੀ ਜਿਹੜੀ ਸੈਪਟੈਂਬਰ ਦੀ ਤੇ ਪਹਿਲੀ ਤੈਅ ਹੋ ਗਿਆ ਹੋਏਗਾ ਡੇਟਸ, ਲੇਕਿਨ ਉਹਦੇ ਆਸ-ਪਾਸ, ਉਹਦੇ ਅੱਗੇ ਪਿੱਛੇ ਇੰਡੀਆ ਦੇ ਇੰਟਰਨਲ ਪੋਲੀਟਿਕਸ 'ਚ ਵੀ ਬੜੇ ਧਮਾਕੇ ਹੋ ਰਹੇ ਨੇ ਜੀ, ਠੀਕ ਹੈ। ਤੇ ਅਸੀਂ ਬਾਹਰ ਵੀ ਬੜੇ ਧਮਾਕੇ, ਮਤਲਬ ਹਰ ਪਾਸਿਓਂ ਅਸੀਂ ਨਾ ਲੋਕਾਂ ਨੂੰ ਮਤਲਬ ਬਿਲਕੁਲ ਐਂਟਰਟੇਨ ਕਰਕੇ ਰੱਖਿਆ ਹੋਇਆ ਹੈ। ਉਹਨਾਂ ਨੂੰ ਅਸੀਂ ਐਂਟਰਟੇਨ ਮੈਂ ਪੋਜ਼ੀਟਿਵਲੀ ਕਹਿ ਰਹੀ ਹਾਂ, ਮਤਲਬ ਕਿ ਅਸੀਂ ਲੋਕਾਂ ਨੂੰ ਬਿਲਕੁਲ ਵੀ ਇੱਕ ਮਿੰਟ ਨਹੀਂ ਦੇ ਰਹੇ ਕਿ ਸਿਰਫ G20 ਦੇ ਤੱਕ ਨੇ ਸੀਮਤ ਰਹਿ ਜਾਣ। ਇੰਡੀਆ ਜੋ ਹੋਰ ਵੀ ਕਰ ਰਿਹਾ ਹੈ ਉਹ ਵੀ ਉਹਨਾਂ ਨੂੰ ਅਸੀਂ ਨਾਲੋਂ ਨਾਲ ਦੱਸ ਰਹੇ ਹਾਂ, ਉਹਦਾ ਸੰਦੇਸ਼ ਵੀ ਦੇ ਰਹੇ ਹਾਂ। ਸ਼ੋਰ ਔਰ G20 ਦੀ ਜਿਹੜੀ ਓਪਰਚੁਨਿਟੀ ਉਹਨੂੰ ਮੈਨੂੰ ਲੱਗਦਾ ਇੰਡੀਆ ਨੇ ਬਹੁਤ ਅੱਛੇ ਵਧੀਆ ਤਰੀਕੇ ਨਾਲ ਇਨਕੈਸ਼ ਕੀਤਾ ਹੈ। ਐਂਡ ਡਬਲ ਸੈਲਿਊਟਸ ਟੂ ਦ ਇੰਡੀਅਨ ਡਿਪਲੋਮੈਟਸ। ਸੋ ਐਕਚੁਅਲੀ ਟਾਈਮਿੰਗਸ ਬੜੀਆਂ ਜ਼ਬਰਦਸਤ ਨੇ। ਔਰ ਇਸ ਟਾਈਮਿੰਗਸ ਕਹਿੰਦੇ ਨੇ ਕਿ ਪੋਲਿਟਿਕਸ ਦੇ ਵਿੱਚ ਟਾਈਮਿੰਗ ਕਾਊਂਟ ਕਰਦੀ ਹੈ, ਔਰ ਜੋ ਚੀਜ਼ ਟਾਈਮਲੀ ਤੁਸੀਂ ਇਨਕੈਸ਼ ਕਰ ਲਵੋ, ਵੰਡਰਫੁਲ ਉਹਦਾ ਰਿਜ਼ਲਟ ਨਿਕਲਦਾ ਹੈ। ਸੋ ਜਿਸ ਤਰ੍ਹਾਂ ਮੈਂ ਕਿਹਾ ਕਿ ਅੱਜ ਦੀ ਡੇਟ ਦੇ ਵਿੱਚ ਅਮਰੀਕਾ ਨੂੰ ਜ਼ਿਆਦਾ ਲੋੜ ਹੈ ਭਾਰਤ ਦੀ। ਔਰ ਅਮਰੀਕਾ ਕਿਸ ਸੰਦੇਸ਼ ਨੂੰ ਲੈ ਕੇ ਆ ਰਿਹਾ ਹੈ, ਕਿਉਂਕਿ ਇਹ ਤਾਂ ਕਿਹਾ ਜਾ ਰਿਹਾ ਕਿ ਦੁਨੀਆ ਭਰ ਦੇ ਮਸਲੇ ਡਿਸਕਸ ਹੋਣਗੇ। ਸਾਊਥ ਗਲੋਬਲ ਦੀ ਅਸੀਂ ਖਾਸ ਗੱਲ ਕਰਾਂਗੇ। ਜੋ ਅੰਡਰ ਡਿਵੈਲਪਡ ਕੰਟਰੀਜ਼ ਨੇ ਉਹਨਾਂ ਬਾਰੇ ਬਾਈਡਨ ਸਾਹਿਬ ਦਾ ਖਾਸ ਮੈਸੇਜ ਹੋਣਾ ਹੈ, ਔਰ ਉਹ ਇਸੇ ਨੂੰ ਲੈ ਕੇ ਆ ਰਹੇ ਨੇ। ਇਹ ਕੀ ਜਿਹੜਾ ਅੰਡਰ ਕਰੰਟ ਚੱਲਦਾ ਪਿਆ, ਇਹ ਕੀ ਅਮਰੀਕਾ ਦੇ ਅੰਦਰ ਜੋ ਪਲੈਨਿੰਗ ਉਹਨਾਂ ਦੇ ਡਿਪਲੋਮੈਟਸ ਕਰਦੇ ਪਏ ਨੇ। ਸੋ ਬਾਈਡਨ ਸਾਹਿਬ ਤੇ ਆ ਰਹੇ ਨੇ, ਉਹਨਾਂ ਦੇ ਅੰਡਰ ਕਰੰਟਸ ਅਸੀਂ ਡਿਸਕਸ ਕਰਨੇ ਹੈ। ਲੇਕਿਨ ਉਸ ਤੋਂ ਪਹਿਲੇ
ਮਤਲਬ ਜੇ ਤੁਸੀਂ ਇੰਡੀਅਨ ਮੀਡੀਆ ਦੇਖੋਗੇ, ਇੰਡੀਅਨ ਮੀਡੀਆ ਇਜ਼ ਫਲੱਡਡ ਵਿਦ ਦ ਕਾਈਂਡ ਆਫ ਲੌਜਿਸਟਿਕਲ ਐਂਡ ਦ ਕਾਈਂਡ ਆਫ ਅਰੇਂਜਮੈਂਟਸ ਆਰ ਬੀਂਗ ਮੇਡ, ਹੈ ਨਾ। ਤੁਸੀਂ ਦੇਖੋ ਹੁਣ ਦਿੱਲੀ 'ਚ ਛੁੱਟੀਆਂ ਘੋਸ਼ਿਤ ਕਰ ਦਿੱਤੀਆਂ ਗਈਆਂ, ਸੈਕਸ਼ਨ 144 ਲਗਾ ਦਿੱਤਾ ਗਿਆ, ਫਲਾਈਟਸ ਬਹੁਤ ਜ਼ਿਆਦਾ ਕੈਂਸਲ ਹੋਈਆਂ, ਜਿਹਦੇ ਨਾਲ ਲੋਕਾਂ ਨੂੰ ਥੋੜੀ ਪ੍ਰੋਬਲਮ ਵੀ ਹੋਈ ਹੈ। ਸੋ ਮਚ ਮਨੀ ਇਜ਼ ਬੀਂਗ ਸਪੈਂਟ ਔਨ ਲਗਜ਼ਰੀ ਕਾਰਸ ਐਂਡ ਇਨ ਹੋਟਲਸ ਐਂਡ ਸੋ ਮੈਨੀ ਥਿੰਗਸ ਆਰ ਗੋਇੰਗ ਅਰਾਊਂਡ। ਪ੍ਰਗਤੀ ਮੈਦਾਨ ਨੂੰ ਤਿਆਰ ਕੀਤਾ ਗਿਆ ਹੈ, ਭਾਰਤ ਮੰਡਪਮ, ਇੰਡੀਆ ਦੇ ਕਲਚਰ ਨੂੰ ਹਾਈਲਾਈਟ ਕੀਤਾ ਜਾ ਰਿਹਾ ਹੈ, ਠੀਕ ਹੈ। ਔਰ ਇਹ ਸਾਰਾ ਮਤਲਬ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇੰਡੀਆ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਇੰਡੀਆ ਇੱਕ ਵੀ ਮੌਕਾ ਛੱਡ ਰਿਹਾ ਆਪਣੀ ਟੈਲੈਂਟ ਨੂੰ ਸ਼ੋਕੇਸ ਕਰਨ ਦਾ, ਐਂਡ ਆਈ ਥਿੰਕ ਇੰਡੀਆ ਇਜ਼ ਮੂਵਿੰਗ ਵੈਰੀ ਵੈਲ। ਤੁਸੀਂ ਹੁਣ ਮੈਨੂੰ ਕੁਐਸਚਨ ਕੀਤਾ ਬਾਈਡਨ ਸਾਹਿਬ ਦਾ, ਸ਼ੋਰ, ਕਿ ਬਾਈਡਨ ਸਾਹਿਬ ਦਾ ਇੱਥੇ ਆਉਣ ਦਾ ਕਾਰਨ ਕੀ ਹੈ। ਗਲੋਬਲ ਸਾਊਥ ਨੂੰ ਮੈਂ ਅੰਡਰਲਾਈਨ ਕਰ ਰਿਹਾ। ਤੁਸੀਂ ਗਲੋਬਲ ਸਾਊਥ ਨੂੰ, ਹੁਣ ਗਲੋਬਲ ਸਾਊਥ ਅਸੀਂ ਪਿਛਲੇ ਪ੍ਰੋਗਰਾਮ 'ਚ ਵੀ ਗੱਲਬਾਤ ਕੀਤੀ ਸੀ, ਔਰ ਮੈਂ ਤੁਹਾਨੂੰ ਕਿਹਾ ਸੀਗਾ ਗਲੋਬਲ ਸਾਊਥ ਦੇ ਕਨਸੈਪਟ ਦੇ ਪਿੱਛੇ ਇੰਡੀਅਨ ਡਿਪਲੋਮੈਟਸ ਦਾ ਬਹੁਤ ਵੱਡਾ ਹਾਰਡ ਵਰਕ ਹੈ। ਔਰ ਦੇਖੋ ਇਹਨਾਂ ਨੇ ਗਲੋਬਲ ਸਾਊਥ ਦੇ ਕਨਸੈਪਟ ਨੂੰ ਖੜਾ ਕਰਨ ਲਈ, ਦੇਖੋ ਜਦੋਂ ਕੋਵਿਡ ਹੋਇਆ ਇਹਨਾਂ ਨੇ ਫ੍ਰੀ ਵੈਕਸੀਨਸ ਵੀ ਦਿੱਤੀਆਂ, ਸ਼ੋਰ, ਹੈ ਨਾ। ਹੋਰ ਵੀ ਬਹੁਤ ਕੁਝ ਇੰਡੀਆ ਦੀ ਜਿਹੜੀ ਸੌਫਟ ਡਿਪਲੋਮੇਸੀ ਹੈ, ਠੀਕ ਹੈ, ਹੈਲਪਿੰਗ ਦੀ ਨੇਬਰਿੰਗ, ਅਫਗਾਨਿਸਤਾਨ 'ਚ ਜਿੱਦਾਂ ਅਸੀਂ ਬਹੁਤ ਹੈਲਪ ਕੀਤੀ ਹੈ, ਰਾਈਟ। ਹੁਣ ਅਸੀਂ ਗਲੋਬਲ ਸਾਊਥ ਦੁਨੀਆ ਨੂੰ ਸਮਝਾਉਣ 'ਚ ਕਾਮਯਾਬ ਹੋ ਗਏ ਹਾਂ ਕਿ ਜਿਹੜੇ ਲੋਕ ਗਰੀਬ ਨੇ, ਜਿਹੜੀਆਂ ਗਰੀਬ ਕੰਟਰੀਜ਼ ਆ, ਜਿਹੜੀਆਂ ਸੋ ਕਾਲਡ ਥਰਡ ਵਰਲਡ ਕੰਟਰੀਜ਼ ਹੈ, ਅਸੀਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਤੇ ਭਾਰਤ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ ਹੈ। ਸ਼ੋਰ, ਹੁਣ ਭਾਰਤ ਦਾ ਜਿਹੜਾ ਇਹ ਕਨਸੈਪਟ ਹੈ ਉਹਨੂੰ ਸਾਰੇ ਇਨਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਨਾ, ਚਾਹੇ ਫਿਰ ਪੁਟਿਨ ਸਾਹਿਬ ਹੋਣ ਜਾਂ ਫਿਰ ਸ਼ੀ ਜਿੰਗਪਿੰਗ ਹੋਣ। ਤੇ ਹੁਣ ਤਾਂ ਅਮਰੀਕਾ ਵਾਲਿਆਂ ਨੇ ਵੀ ਕਹਿਤਾ, ਜਿਓ ਬਾਈਡਨ ਨੇ ਵੀ ਆਪਣੀ ਇੱਕ ਸਟੇਟਮੈਂਟ ਦਿੱਤਾ, ਵਾਈਟ ਹਾਊਸ 'ਚ ਦਿੱਤੀ ਸੀਗੀ ਕਿ ਵੀ ਆਲਸੋ ਸਟੈਂਡ ਵਿਦ ਗਲੋਬਲ ਸਾਊਥ। ਤੇ ਰੱਬ ਨੂੰ ਦੁਆ ਹੈ ਹੁਣ ਗਲੋਬਲ ਸਾਊਥ ਦਾ ਭਲਾ ਹੋ ਜਾਏ। ਹੁਣ ਜੇ ਅਮਰੀਕਾ ਵਰਗੇ ਦੇਸ਼ ਦੀ ਕਿਰਪਾ ਜੇ ਹੋ ਜਾਵੇ ਤਾਂ ਕੀ ਪਤਾ ਇਹ ਗਰੀਬ ਕੰਟਰੀ। ਸੋ ਗਲੋਬਲ ਸਾਊਥ ਦਾ ਕਨਸੈਪਟ ਇਹ ਹੈ, ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜੋ ਗਰੀਬ ਕੰਟਰੀਜ਼ ਨੇ, ਜੋ ਪਿਛੜੇ ਹੋਏ ਦੇਸ਼ ਨੇ, ਉਹਨਾਂ ਨੂੰ ਕਿੱਦਾਂ ਅੱਗੇ ਲਿਆਂਦਾ ਜਾਵੇ, ਉਹਨਾਂ ਦੀ ਗਰੀਬੀ ਦੂਰ ਕਿੱਦਾਂ ਕੀਤੀ ਜਾਵੇ। ਇਹ ਏਜੰਡਾ ਰਹੇਗਾ ਜੋ ਬਾਈਡਨ ਸਾਹਿਬ ਦਾ, ਖਾਸ ਕਰਕੇ G20 ਦੇ ਸੰਮੇਲਨ ਦੇ ਵਿੱਚ ਜੋ ਉਹ ਆ ਰਹੇ ਨੇ, ਇਹ ਖਾਸ ਮੈਸੇਜ ਲੈ ਕੇ ਆ ਰਹੇ ਨੇ। ਸੋ ਜੋ ਬਾਈਡਨ ਸਾਹਿਬ ਦਾ ਪਰਪਸ ਇਹ ਕਲੀਅਰ ਕਰੋ। ਦੇਖੋ, ਇੱਕ ਤੇ ਜਿਹੜੀ G20 ਹੈ, ਦਿਸ ਇਜ਼ ਦੀ ਬ੍ਰੇਨ ਚਾਈਲਡ ਆਫ ਅਮਰੀਕਾ। ਸ਼ੋਰ, ਇਹ ਵੈਸਟ ਦਾ ਇੱਕ ਕਨਸੈਪਟ ਹੈ ਦੁਨੀਆ ਦੇ ਆਰਥਿਕ ਪ੍ਰੋਬਲਮਸ ਨੂੰ ਦੂਰ ਕਰਨ ਦੇ ਲਈ G20 ਦਾ ਇੱਕ ਪਲੇਟਫਾਰਮ ਬਣਾਇਆ ਗਿਆ। ਇਹ ਜਿਹੜਾ 18ਵਾਂ ਸਮਿਟ ਹੋਣਾ ਹੈ, ਹੁਣ ਇੰਡੀਆ 'ਚ ਹੋ ਰਿਹਾ ਹੈ, ਨੈਕਸਟ ਸਾਲ 24 ਵਿੱਚ ਇਹ ਸਾਊਥ ਅਫਰੀਕਾ 'ਚ ਹੋਣਾ ਹੈ, ਸੌਰੀ ਬ੍ਰਾਜ਼ੀਲ 'ਚ ਹੋਣਾ, ਬ੍ਰਾਜ਼ੀਲ ਤੋਂ ਬਾਅਦ 25 'ਚ ਸਾਊਥ ਅਫਰੀਕਾ 'ਚ ਹੋਣਾ, ਫਿਰ 26 'ਚ ਅਮਰੀਕਾ 'ਚ ਹੋਣਾ ਹੈ। ਸ਼ੋਰ, ਠੀਕ ਹੈ। ਹੁਣ ਇਹ ਇੱਕ ਜਿਹੜਾ G20 ਹੈ, ਦਿਸ ਇਜ਼ ਬੇਸਿਕਲੀ ਅ ਪਲੇਟਫਾਰਮ ਟੂ ਸੋਲਵ ਜੀਓ ਇਕਨੋਮਿਕ ਇਸ਼ੂਜ਼। ਔਰ ਅੱਜ ਜਿਹੜੇ ਜੀਓ ਇਕਨੋਮਿਕਸ ਹੀ ਜਿਹੜਾ ਹੈ ਉਹੀ ਸਾਰੇ ਜਗ੍ਹਾ ਡੋਮੀਨੇਟ ਕਰ ਰਹੇ, ਕਿਉਂਕਿ ਐਵਰੀਬਡੀ ਨੀਡਸ ਮਨੀ, ਵੈਦਰ ਰਿਚ ਕੰਟਰੀਜ਼ ਔਰ ਦੀ ਪੂਅਰ। ਸਾਰਾ ਕੁਝ ਜੋ ਵੀ ਸਾਡੇ ਐਕਸ਼ਨਸ ਹੋ ਰਹੇ, ਜੋ ਵੀ ਕਰਮਸ ਹੋ ਰਹੇ ਹੈ, ਵੀ ਵਾਂਟਡ ਟੂ ਓਨ ਮਨੀ, ਮਨੀ ਦੀ ਹੀ ਗੱਲਬਾਤ ਹੈ ਨਾ। ਹੁਣ ਕਿਉਂਕਿ ਇਹ ਜਿਹੜਾ ਵੈਸਟ ਦਾ ਕਨਸੈਪਟ ਹੈ, ਠੀਕ ਹੈ, ਤੇ ਵੈਸਟਰਨ ਜਿਹੜੀ ਕੰਟਰੀਜ਼ ਹੈ ਉਹ ਇਸ ਨੂੰ ਇਸ ਦੇ ਦੁਆਰਾ, ਠੀਕ ਹੈ, ਦੁਨੀਆ ਨੂੰ ਕੰਟਰੋਲ ਕਰਨਾ ਚਾਹੁੰਦੇ ਹੈ ਬਾਏ ਬ੍ਰਿੰਗਿੰਗ ਸੋਲਿਊਸ਼ਨ, ਇਕਨੋਮਿਕ ਸੋਲਿਊਸ਼ਨ ਟੂ ਦੀ ਵਰਲਡ ਇਨ ਫਾਰਮ ਆਫ ਗ੍ਰੀਨ ਐਨਰਜੀਜ਼ ਅਸੀਂ ਕਹਿ ਲਈਏ, ਕਲਾਈਮੇਟ ਚੇਂਜ ਤੇ ਤੁਸੀਂ ਕਹਿ ਲਈਏ, ਬੈਂਕਿੰਗ ਸੈਕਟਰ ਅਸੀਂ ਲੈ ਲਈਏ, ਮਲਟੀਲੈਟਰਲ ਅਸੀਂ ਜਿਹੜੇ ਮੈਕੈਨਿਜ਼ਮਸ ਆ ਉਹਨੂੰ ਦੇਖ ਲਈਏ ਜੀ। ਸੋ ਜੋ ਐਕਸਪਰਟਸ ਕਹਿੰਦੇ ਨੇ ਕਿ ਇੰਡੀਆ ਐਂਡ US ਕਦੇ ਵੀ ਨੈਚੁਰਲ ਐਲਾਈ ਨਹੀਂ ਰਹੇ। ਹਾਂ, ਕੁਝ ਇੱਕ ਪੁਆਇੰਟਸ ਦੇ ਉੱਤੇ ਜ਼ਰੂਰ ਕਾਮਨ ਡਿਸੀਜਨਸ ਲੈਂਦੇ ਨੇ, ਬਟ ਅਪੋਲਸ ਅਪਾਰਟ, ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਦੂਜੇ ਨਾਲ ਕੋਈ ਮੈਚਿੰਗ ਨਹੀਂ ਹੈ, ਪਰ ਗਲੋਬਲ ਸਾਊਥ ਦੇ ਉੱਤੇ ਇਕੱਠੇ ਆ ਰਹੇ ਨੇ। ਹੁਣ G20 ਦੇ ਵਿੱਚ ਵੀ ਇਕੱਠੇ ਆ ਰਹੇ ਨੇ। ਕਿਉਂ ਕਿਹਾ ਜਾਂਦਾ ਹੈ ਕਿ ਇਹ ਨੈਚੁਰਲ ਐਲਾਈ ਨਹੀਂ ਹੈਗੇ? ਵਾਈ? ਦੇਖੋ, देयर आर डिफरेंट स्कॉलर्स है ना। कुछ लोग प्रोग्राम 'ਚ ਮੇਰੇ ਨਾਲ ਐਗਰੀ ਨਹੀਂ ਕਰਨਗੇ, ਉਹ ਕਹਿਣਗੇ ਜੀ ਨੈਚੁਰਲ ਐਲਾਈ ਹੈ ਕਿਉਂਕਿ ਅਮਰੀਕਾ ਵੀ ਡੈਮੋਕ੍ਰੇਸੀ ਹੈ, ਇੰਡੀਆ ਵੀ ਡੈਮੋਕ੍ਰੇਸੀ ਹੈ, ਅਸੀਂ ਨਹੀਂ ਤੁਹਾਡੇ ਜੀ ਵਿਚਾਰਾਂ ਨਾਲ ਸਹਿਮਤ, ਪਰ ਵਿਚਾਰ ਆਪਣੇ ਆਪਣੇ ਹੈ ਨਾ। ਨੈਚੁਰਲ ਐਲਾਈ ਇਸ ਕਰਕੇ ਨਹੀਂ ਹੈ ਕਿ ਸਾਡਾ ਕਲਚਰ ਹੈ ਤੇ ਜੇ ਉਹਨਾਂ ਦਾ ਕਲਚਰ ਹੈ ਉਹਦੇ 'ਚ ਥੋੜੀ ਜਿਹੀ ਮਿਸਮੈਚਿੰਗ ਹੈ ਨਾ। ਵੀ ਸਾਡੇ ਜੇ ਸਿਸਟਮ ਨੂੰ ਸਮਝਣਾ ਤੇ ਵਾਸੁਦੇਵ ਕੁਟੁੰਬਕਮ ਹੈ ਨਾ।
ਅਸੀਂ ਦੇਖੋ ਇੰਡੀਆ ਜਿੰਨਾ ਕੁ ਪਾਵਰਫੁਲ ਹੋ ਗਿਆ ਹੈ ਜਾਂ ਅਸੀਂ ਕਦੇ ਕਿਸੇ ਤੇ ਫਰਸਟ ਅਟੈਕ ਨਹੀਂ ਕਰਦੇ। ਅਸੀਂ ਸਾਡੀ ਕਹਿਣੀ ਤੇ ਕਥਨੀ 'ਚ ਫਰਕ ਨਹੀਂ ਹੁੰਦਾ, ਅਸੀਂ ਜੋ ਕਹਿੰਦੇ ਹਾਂ ਅਸੀਂ ਕਰਦੇ ਹਾਂ। ਠੀਕ ਹੈ, ਅਸੀਂ ਜ਼ਿਆਦਾ ਆਫੈਂਸਿਵ ਨਹੀਂ ਖੇਲਦੇ। वासुदेव कुटुंबकम मतलब सारी दुनिया एक परिवार है। ਵਨ ਨੇਸ਼ਨ ਵਨ ਅਰਥ। वन नेशन वन ਔਰ G20 ਚ ਚਾਈਨਾ ਨੂੰ ਬੜੀ ਆਬਜੈਕਸ਼ਨ ਹੋ ਗਈ ਸੀ ਇਸ ਕਨਸੈਪਟ ਤੇ। ਉਹਨਾਂ ਨੂੰ ਲੱਗਾ ਕਿ ਇਹ ਤਾਂ ਸੰਸਕ੍ਰਿਤ ਦਾ ਵਰਡ ਹੈ, ਸੰਸਕ੍ਰਿਤ ਇਜ਼ ਨਾਟ ਯੂਐਨ ਲੈਂਗੁਏਜ, ਹੈ ਨਾ, ਤੇ ਅਸੀਂ ਇਹਨੂੰ ਐਕਸੈਪਟ ਨਹੀਂ ਕਰਦੇ। ਇਹ ਵੀ ਇੱਕ ਬੜੀ ਕੰਟਰੋਵਰਸੀ ਚੱਲ ਰਹੀ ਹੈ। ਖੈਰ ਇਹ ਛੋਟੀਆਂ ਮੋਟੀਆਂ ਗੱਲਾਂ, ਇਹ ਸਜਾਵਟ ਹੁੰਦੀਆਂ ਰਾਜਨੀਤੀ ਦੀਆਂ, ਚਾਹੇ ਇੰਟਰਨੈਸ਼ਨਲ ਰਿਲੇਸ਼ਨਸ ਹੋਣ, ਹੈ ਨਾ। ਸੋ ਕਨਸੈਪਟ ਦੀ ਆਪਾਂ ਗੱਲ ਕਰ ਰਹੇ ਹਾਂ। ਯੈਸ, ਤੇ ਠੀਕ ਹੈ, ਮਤਲਬ ਅਮਰੀਕਾ ਨੇ ਜੀ ਜ਼ੋਰ ਜਾਨ ਲਗਾਈ ਹੋਈ ਹੈ ਇੰਡੀਆ ਨੂੰ ਆਪਣੇ ਖੇਮੇ 'ਚ ਲੈਣ ਦੀ। ਅੱਛਾ, ਇੰਡੀਆ ਵੀ ਰਿਸਪੌਂਡ ਬੈਕ ਕਰ ਰਿਹਾ, ਇੰਡੀਆ ਨੂੰ ਵੀ ਇਸ ਦਾ ਬਹੁਤ ਫਾਇਦਾ ਹੋਇਆ, ਬਹੁਤ ਟੈਕਨੋਲੋਜੀ ਟਰਾਂਸਫਰ ਹੋਈ ਹੈ। ਅਗਰ ਅਸੀਂ ਅੱਜ ਚਾਈਨਾ ਨੂੰ ਫੇਸ ਕਰ ਪਾ ਰਹੇ ਹਾਂ, ਉਹਦੇ ਵਿੱਚ ਵੀ ਕੈਨ ਨਾਟ ਇਗਨੋਰ ਦੀ ਕੰਟਰੀਬਿਊਸ਼ਨ ਆਫ ਅਮਰੀਕਾ, ਕਿਉਂਕਿ ਅਮਰੀਕਾ ਨੇ ਸਿਰ ਤੇ ਹੱਥ ਰੱਖਿਆ ਹੈ ਜਾਂ ਸਾਨੂੰ ਇੱਕ ਐਪਰੀਸੀਏਸ਼ਨ ਮਿਲ ਰਹੀ ਹੈ, ਤੇ ਉਹਦੇ ਕਰਕੇ ਜਿਹੜੀ ਬਾਕੀ ਕੰਟਰੀਜ਼ ਹੈ ਉਹ ਦੇ ਆਰ ਆਲਸੋ ਐਪਰੀਸ਼ੀਏਟਿੰਗ ਇੰਡੀਆ, ਨੋ ਡਾਊਟ। ਦੋਨੋਂ ਇੱਕ ਦੂਜੇ ਨੂੰ ਬੈਨੀਫਿਟ ਦੇ ਰਹੇ ਨੇ। ਬਟ ਕਿਤੇ ਨਾ ਕਿਤੇ ਜੇ ਤੁਸੀਂ ਇਹ ਕਹੋ ਕਿ ਜੋ ਕੈਮਿਸਟਰੀ ਵੈਸਟ ਤੇ ਅਮਰੀਕਨ ਦੇ ਮੁਲਕਾਂ ਦੀ ਹੈ, ਜਾਂ ਜੋ ਕੈਮਿਸਟਰੀ ਇੰਗਲੈਂਡ ਤੇ ਅਮਰੀਕਾ ਦੀ, ਉਹ ਇੰਡੀਆ ਤੇ ਅਮਰੀਕਾ ਦੀ ਕਦੀ ਨਹੀਂ ਬਣ ਸਕਦੀ, ਬਿਕੋਜ਼ ਵੀ ਆਰ ਕਲਚਰਲੀ ਡਿਫਰੈਂਟ। ਸਾਡੇ ਨੈਸ਼ਨਲ ਇੰਟਰਸਟ ਟੋਟਲੀ ਡਿਫਰੈਂਟ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਅਮਰੀਕਾ ਨੇ ਕਦੀ ਭਾਰਤ ਨੂੰ ਸਮਝਿਆ ਹੀ ਨਹੀਂ। ਦੇਖੋ, ਇੰਟਰਨੈਸ਼ਨਲ ਰਿਲੇਸ਼ਨਸ 'ਚ ਅਸੀਂ ਬਸ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਫਾਇਦਾ ਕਿਹਦੇ 'ਚ ਹੈ। ਸਾਡੀ ਸਮਝ ਉੱਥੇ ਤੱਕ ਹੀ ਸੀਮਿਤ ਹੁੰਦੀ ਹੈ। ਸਾਡੀ ਸਮਝ ਭਾਰਤ ਦੇ, ਕਿਉਂਕਿ ਸਾਡੇ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ, 10 ਗੁਰੂਆਂ ਦੀ ਧਰਤੀ ਹੈ ਜੀ। ਸਾਡੇ ਗੁਰੂ ਸਾਨੂੰ ਫੋਰਸ ਕਰਦੇ ਨੇ, ਸਾਨੂੰ ਇਨਸਟਰਕਟ ਕਰਦੇ ਹੈ ਕਿ ਅਸੀਂ ਜਿਹੜੀ ਆਪਣੇ ਬਾਰੇ ਹੀ ਨਹੀਂ ਸੋਚਣਾ ਸੀ, ਬਲਕਿ ਪੂਰੀ ਦੁਨੀਆ ਬਾਰੇ ਸੋਚਣਾ ਹੈ। ਅਮਰੀਕਾ ਵੀ ਇਹੀ ਕਹਿ ਰਿਹਾ ਹੈ ਕਿ ਆਈ ਐਮ ਦ ਲੀਡਰ ਆਫ ਦ ਵਰਲਡ, ਲੇਕਿਨ ਅਮਰੀਕਾ ਨੇ ਅਨਫੋਰਚੂਨੇਟਲੀ ਲੀਡਰ ਆਫ ਦ ਵਰਲਡ ਨਹੀਂ ਇਮਰਜ ਹੋ ਪਾਇਆ। ਰੀਜ਼ਨ ਬੀਇੰਗ, ਅਮਰੀਕਾ ਨੇ ਸਾਰੀ ਜ਼ੋਰ ਹੁਣ ਐਟ ਮੂਮੈਂਟ ਸਿਰਫ ਯੂਕਰੇਨ ਦਾ ਮਾਸਟਰ ਬਣਨ 'ਚ ਲਗਾਈ ਹੋਈ ਹੈ ਜਾਂ ਵੈਸਟ ਦਾ ਲੀਡਰ ਬਣਨ 'ਚ ਲਗਾਈ ਹੋਈ ਹੈ, ਜਦ ਕਿ ਅਮਰੀਕਾ ਨੂੰ ਹੋਲਿਸਟਿਕਲੀ ਸੋਚਣਾ ਚਾਹੀਦਾ, ਪੂਰੀ ਦੁਨੀਆ ਦਾ ਸੋਚਣਾ ਚਾਹੀਦਾ। ਆਪਣੀ ਲੀਡਰਸ਼ਿਪ ਨੂੰ ਜਾਂ ਆਪਣਾ ਜਿਹੜਾ ਜ਼ਿੰਮੇਦਾਰੀ ਹੈ ਸਿਰਫ ਵੈਸਟ ਦੇ ਮੁਲਕਾਂ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ। ਹੁਣ ਅਮਰੀਕਾ ਕਹਿ ਰਹੇ ਨੇ ਗਲੋਬਲ ਸਾਊਥ ਦਾ, ਹੁਣ ਅਸੀਂ ਦੇਖਾਂਗੇ ਕਿ ਉਹ ਗਲੋਬਲ ਸਾਊਥ ਲਈ ਵਾਕਈ ਕੀ ਕਰਦੇ। ਜਿੱਦਾਂ ਅਮਰੀਕਾ ਵੈਸਟ ਲਈ ਖੜਾ ਹੁੰਦਾ, ਜਿੱਦਾਂ ਅਮਰੀਕਾ ਤੁਸੀਂ ਦੇਖੋ ਯੂਕਰੇਨ ਲਈ ਖੜਾ ਹੈ, ਕੀ ਗਲੋਬਲ ਸਾਊਥ ਲਈ ਖੜਾ ਹੋਏਗਾ? ਦਿਸ ਕਮਿੰਗ ਟਾਈਮ ਵਿਲ ਟੈਲ। ਓਕੇ, ਇਸੇ ਕਰਕੇ ਕਹਿੰਦੇ ਨੇ ਕਿ ਅਮਰੀਕਾ ਹੈਜ਼ ਨੈਵਰ ਰੀਅਲੀ ਅੰਡਰਸਟੂਡ ਇੰਡੀਆ, ਕਿਉਂਕਿ ਇੰਡੀਆ ਦੀ ਸੋਚ ਸਾਡੇ ਜੋ ਪੁਰਖੇ ਰਹੇ ਨੇ, ਸਾਡੇ ਜੋ ਐਨਸੈਸਟਰਸ ਰਹੇ ਨੇ, ਉਸ ਦੇ ਮੁਤਾਬਿਕ ਚੱਲਦੀ ਆ, ਔਰ ਕਲਚਰ ਡਿਫਰੈਂਟ ਹੈ। ਸੋ ਇਸ ਚੀਜ਼ ਨੂੰ ਆਪਾਂ ਹੁਣ ਅੱਗੇ ਵਧਾਈਏ। ਜਦੋਂ ਅਸੀਂ ਦੇਖਦੇ ਹਾਂ ਕਿ ਜੋ ਬਾਈਡਨ ਆ ਰਹੇ ਨੇ G20 ਦੇ ਵਿੱਚ, ਨੈਚੁਰਲੀ ਸਭ ਨੂੰ ਉਸ ਦਾ ਇੰਤਜ਼ਾਰ ਵੀ ਹੈ, ਔਰ ਸਭ ਇਹ ਦੇਖਣਾ ਚਾਹੁੰਦੇ ਨੇ ਕਿ ਅਮਰੀਕਾ ਆਪਣੇ ਨਾਲ ਕੀ ਨਵਾਂ ਲੈ ਕੇ ਆ ਰਿਹਾ ਹੈ ਗਲੋਬਲ ਸਾਊਥ ਦੇ ਲਈ ਵੀ, ਤੇ ਦੂਸਰਾ ਐਨਵਾਇਰਨਮੈਂਟ ਦੀ ਵੀ ਅਸੀਂ ਗੱਲ ਕਰਦੇ ਹਾਂ, ਔਰ ਮੋਸਟ ਇੰਪੋਰਟੈਂਟ ਯੂਕਰੇਨ ਔਰ ਰਸ਼ੀਆ ਦੀ ਵਾਰ ਹਜੇ ਸਟਾਪ ਨਹੀਂ ਹੋ ਰਹੀ। ਇੱਥੋਂ ਤੱਕ ਕਿ ਰਸ਼ੀਆ ਨੇ ਸਾਊਥ ਕੋਰੀਆ ਨੂੰ ਵੀ ਕਿਹਾ ਕਿ ਸਾਨੂੰ ਹਥਿਆਰ ਹੋਰ ਚਾਹੀਦੇ ਨੇ, ਤੁਸੀਂ ਸਾਨੂੰ ਸਪੋਰਟ ਕਰੋ, ਔਰ ਵੀਕ ਹੋ ਰਿਹਾ ਹੈ ਰਸ਼ੀਆ ਆਪਣੇ ਆਪ ਦੇ ਵਿੱਚ, ਔਰ ਇਹਦਾ ਬੈਨੀਫਿਟ ਚਾਈਨਾ ਨੂੰ ਮਿਲਣ ਵਾਲਾ ਹੈ। ਚਾਈਨਾ ਜ਼ਿਆਦਾ ਪਾਵਰਫੁਲ ਹੋ ਰਿਹਾ ਔਰ ਰਸ਼ੀਆ ਇਸ ਚੀਜ਼ ਨੂੰ ਜਾਣਦਾ ਹੈ, ਔਰ ਇੱਧਰ ਅਮਰੀਕਾ ਨਾਟੋ ਕੰਟਰੀਜ਼ ਦੇ ਜ਼ਰੀਏ ਸਾਰੀ ਯੂਕਰੇਨ ਨੂੰ ਮਦਦ ਦੇ ਰਿਹਾ, ਔਰ ਇੱਕ ਤਰ੍ਹਾਂ ਕਿਹਾ ਜਾਂਦਾ ਹੈ ਕਿ ਇਟ ਇਜ਼ ਅ ਪ੍ਰੋਕਸੀ ਵਾਰ। ਔਰ ਕਈ ਵਾਰ ਇਹ ਵੀ ਕਹਿੰਦੇ ਨੇ ਕਿ ਜੇ ਅਮਰੀਕਾ ਜੰਗ ਹਾਰ ਗਿਆ, ਕਹਿੰਦੇ ਜੰਗ ਤਾਂ ਯੂਕਰੇਨ ਦੀ ਹੈ, ਕਹਿੰਦੇ ਨੋ, ਜੇ ਅਮਰੀਕਾ ਜੰਗ ਹਾਰ ਗਿਆ ਤੇ ਫਿਰ ਕੀ ਹੋਏਗਾ। ਸੋ ਇਹ ਸਭ ਜੀਓਪੋਲਿਟਿਕਸ ਸਭ ਸਮਝਦੇ ਨੇ, ਔਰ ਇਸ ਦੇ ਵਿੱਚ ਗਲੋਬਲ ਸਾਊਥ ਔਰ ਗਰੀਬ ਕੰਟਰੀਜ਼ ਬਾਰੇ ਗੱਲ ਕਰਨੀ, ਔਰ ਕਈ ਵਾਰ ਕਿਹਾ ਜਾਂਦਾ ਹੈ ਕਿ ਇੰਡੀਆ ਨੂੰ ਕੀ ਚੀਜ਼ ਨਹੀਂ ਸਿੱਖਣੀ ਚਾਹੀਦੀ ਅਮਰੀਕਾ ਕੋਲੋਂ, ਉਹ ਇਹ ਚੀਜ਼ ਨਹੀਂ ਸਿੱਖਣੀ ਚਾਹੀਦੀ ਕਿ ਜਿਹੜੀ ਉਹ ਜਨਰੇਸ਼ਨਸ ਦੀ ਪਾਵਰਟੀ ਹੈ, ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਤੇ ਜਾਂਦੀ ਪਈ ਹੈ, ਇਹ ਨਹੀਂ ਸਿੱਖਣੀ ਚਾਹੀਦੀ। ਉਹਨਾਂ ਪਾਲਿਸੀਜ਼ ਨੂੰ ਨਹੀਂ ਨਕਲ ਕਰਨੀ ਚਾਹੀਦੀ, ਉਹਨਾਂ ਪਾਲਿਸੀਜ਼ ਨੂੰ ਹੂਬਹੂ ਨਹੀਂ ਲਾਗੂ ਕਰਨਾ ਚਾਹੀਦਾ ਇੰਡੀਆ ਦੇ ਵਿੱਚ। ਸੋ ਇਹ ਸਾਰੀਆਂ ਪੁਆਇੰਟਸ ਵੀ ਆਉਂਦੀਆਂ ਨੇ ਜੋ ਅਮਰੀਕਾ ਦੇ ਖਿਲਾਫ ਜਾਂਦੀਆਂ ਨੇ। ਟਰੂ। ਸੋ ਇਹ ਜੋ ਸਾਰਾ ਸਿਨੈਰੀਓ ਹੈ, ਸੋ ਇਹਦੇ ਵਿੱਚ ਤੁਸੀਂ ਕਿੱਦਾਂ ਦੇਖਦੇ ਹੋ ਅਮਰੀਕਾ ਦਾ ਰੋਲ G20?
ਪਹਿਲੇ ਤਾਂ ਅਸੀਂ ਅਮਰੀਕਾ ਦੇ ਘਰ ਤੋਂ ਸ਼ੁਰੂ ਕਰਦੇ ਹਾਂ। ਅਮਰੀਕਨ ਦੀ ਜਿਹੜੀ ਡੋਮੈਸਟਿਕ ਪੋਲਿਟਿਕਸ ਹੈ, ਸ਼ੋਰ ਇਲੈਕਸ਼ਨਸ ਆਉਣ ਵਾਲੇ ਆ, ਉੱਥੇ ਵੀ ਗਰਮਾ ਗਰਮੀ ਕਾਫੀ ਚੱਲ ਰਹੀ ਹੈ। ਪਿਛਲੀ ਵਾਰੀ ਜਦੋਂ ਮੈਂ ਕਿਹਾ ਸੀ ਚੰਦਰਯਾਨ 4 ਆਫ ਅਮਰੀਕਾ, ਮਿਸਟਰ ਵਿਵੇਕ ਰਾਮਾਸਵਾਮੀ, ਯਾ ਉਹਨਾਂ ਨੇ ਬੜੀ ਕਲੀਅਰ ਕੱਟ ਗੱਲ ਕਹੀ ਹੈ। ਉਹ ਕਹਿੰਦੇ ਇਫ ਆਈ ਗੈਟ ਅ ਪਾਵਰ ਤੇ ਮੈਂ ਆਈ ਵਿਲ ਸਟਾਪ ਦਿਸ ਵਾਰ। ਓਕੇ, ਜਿਹੜੀ ਯੂਕਰੇਨ ਦੀ ਵਾਰ ਹੈ ਨਾ, ਔਰ ਉੱਥੋਂ ਹੀ ਹੁਣ ਅਮਰੀਕਾ ਦੀ ਜਿਹੜੀ ਪ੍ਰੈਜ਼ੀਡੈਂਸੀ ਹੈ, ਜਿਹੜੇ ਪ੍ਰੈਜ਼ੀਡੈਂਟ ਹੈ ਜਾਂ ਜੀਓ ਬਾਈਡਨ ਹੈ ਜਾਂ ਸਰਕਾਰ ਹੈ, ਦੇ ਆਰ ਪੁਸ਼ਿੰਗ ਦਿਸ ਵਾਰ। ਸ਼ੋਰ, ਹੈ ਨਾ, ਇੱਕ ਖੇਮਾ ਇਹ ਕਹਿ ਰਿਹਾ ਕਿ ਵੀ ਵਿਲ ਪੁੱਲ ਆਫ, ਹੈ ਨਾ। ਨਾਓ ਦਿਸ ਪ੍ਰੈਜ਼ੈਂਟਸ ਅ ਵੈਰੀ, ਇਹਦਾ ਮਤਲਬ ਕਿ ਅਮਰੀਕਾ ਦੇ ਅੰਦਰ ਵੀ ਦੇਰ ਇਜ਼ ਅ ਕਨਫਿਊਜ਼ਨ, ਇੱਕ ਰਾਏ ਨਹੀਂ ਹੈ। ਚਲੋ ਅਸੀਂ ਮੰਨਦੇ ਹਾਂ ਕਿ ਆਪੋਜੀਸ਼ਨ ਔਰ ਰੂਲਿੰਗ ਪਾਰਟੀ 'ਚ ਇਹ ਸਭ ਚੱਲਦਾ ਹੈ, ਬਟ ਫਿਰ ਵੀ ਜਦੋਂ ਤੁਸੀਂ ਕੁਝ ਰਿਸਰਚਸ ਦੇਖੋ, ਜਦੋਂ ਤੁਸੀਂ ਕੁਝ ਰਾਈਟਸ ਅਪ ਦੇਖੋ ਨਿਊਜ਼ਪੇਪਰ ਦੇ ਜੀ, ਤੇ ਉੱਥੇ ਦੇ ਲੋਕ ਵੀ ਲਾਈਕ ਨਹੀਂ ਕਰ ਰਹੇ ਕਿ ਜਿਹੜਾ ਇਹ ਵਾਰ ਮਤਲਬ ਅੱਜ ਦੇ ਸਮੇਂ 'ਚ ਖਿੱਚੀ ਜਾਈ ਜਾ ਰਿਹਾ ਹੈ। ਮਤਲਬ ਅਮਰੀਕਾ ਚਾਹਵੇ ਤੇ ਕੀ ਨਹੀਂ ਹੋ ਸਕਦਾ, ਹੈ ਨਾ। ਹੁਣ ਹੋਣਾ ਕੀ ਹੈ, ਇਹਦੇ ਰੈਪਰਕਸ਼ਨਸ ਵੀ ਹੋ ਸਕਦੇ ਆ। ਤੁਸੀਂ ਕਿਹਾ ਕਿ ਰਸ਼ੀਆ ਇਜ਼ ਗੈਟਿੰਗ ਵੀਕ ਐਂਡ ਚਾਈਨਾ ਇਜ਼ ਗੈਟਿੰਗ ਪਾਵਰਫੁਲ। ਯਾ, ਹੁਣ ਇਹ ਨਾ ਹੋ ਜਾਵੇ ਕਿ G20 'ਚ ਸਾਰੇ ਆਪਣੇ ਗੇਅਰ ਅਪ ਕਰਕੇ ਬੈਠੇ ਹੋਏ। ਹੁਣ ਜਿੱਦਾਂ ਅਸੀਂ ਜਸਟਿਨ ਟਰੂਡੋ ਸਾਹਿਬ ਦੀ ਗੱਲ ਕਰ ਲਈਏ, ਜ਼ੈਲੈਂਸਕੀ ਤੇ ਉਹ ਮਿਲਦੇ ਔਰ ਜਸਟਿਨ ਟਰੂਡੋ ਕਹਿੰਦੇ ਕਿ ਮੈਂ ਯੂਕਰੇਨ ਦਾ ਮਸਲਾ ਜਿਹੜਾ ਜ਼ਰੂਰ ਉਠਾਵਾਂਗਾ G20 'ਚ, ਯਾ, ਰਾਈਟ। ਫਿਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਜ਼ੈਲੈਂਸਕੀ ਨੂੰ ਕਿਉਂ ਨਹੀਂ ਇਨਵਾਈਟ ਕੀਤਾ, ਜਦਕਿ ਜਿਹੜਾ ਯੂਕਰੇਨ ਹੈ ਇਜ਼ ਨਾਟ ਮੈਂਬਰ ਆਫ G20। ਹਾਊ ਕੈਨ ਯੂ ਸੈਂਡ ਇਨਵੀਟੇਸ਼ਨ? ਯੈਸ, ਹੈ ਨਾ, ਤੁਸੀਂ ਕਿੱਦਾਂ ਇਨਵੀਟੇਸ਼ਨ ਜਦੋਂ ਮੈਂਬਰ ਹੀ ਨਹੀਂ ਹੈ। ਔਰ ਮੋਰਓਵਰ ਇੰਡੀਆ ਨੇ ਕਲੈਰੀਫਾਈ ਕੀਤਾ ਹੈ ਕਿ ਜਿਹੜਾ ਜ਼ੈਲੈਂਸਕੀ ਨੂੰ ਪ੍ਰੈਜ਼ੀਡੈਂਟ ਜਿਹੜੇ ਮੋਦੀ ਪ੍ਰਾਈਮ ਮਿਨਿਸਟਰ ਮੋਦੀ ਬਹੁਤ ਵਾਰੀ ਅਲੱਗ-ਅਲੱਗ ਪਲੇਟਫਾਰਮਸ ਤੇ ਮਿਲ ਚੁੱਕੇ ਹੈ, ਔਰ ਉਹਨਾਂ ਨੇ ਇੱਕ ਇਹ ਵੀ ਸਟੇਟਮੈਂਟ ਦਿੱਤੀ ਹੋਈ ਹੈ ਕਿ ਦਿਸ ਇਜ਼ ਨਾਟ ਐਨ ਈਰਾ ਆਫ ਵਾਰ। ਹੁਣ ਡਰ ਇਹ ਹੈ ਕਿ ਜਿੱਦਾਂ ਰਸ਼ੀਆ ਦੀਆਂ ਰਿਸੋਰਸਿਸ ਡਿਪਲੀਟ ਹੋ ਰਹੀਆਂ, ਚਾਈਨਾ ਇਜ਼ ਗਰੋਇੰਗ ਅਪ, ਸ਼ੋਰ, ਠੀਕ ਹੈ, ਔਰ ਮਤਲਬ ਆਉਣ ਵਾਲੇ ਟਾਈਮ 'ਚ ਇਹ ਵੀ ਹੋ ਸਕਦਾ ਹੈ ਕਿ ਦੋਨੋਂ ਕਿਤੇ ਜੁਆਇੰਟ ਡਿਕਲੇਰੇਸ਼ਨ ਨਾ ਦੇ ਦੇਣ, ਰਸ਼ੀਆ ਔਰ ਚਾਈਨਾ। ਜੇ ਉਹ ਇੱਕ ਵਾਰੀ ਮਿਲ ਗਏ, ਉਹਨਾਂ ਦੀ ਕੋਈ ਖਾਸ ਅੰਡਰਸਟੈਂਡਿੰਗ ਹੋ ਗਈ, ਖਾਸ ਐਗਰੀਮੈਂਟ ਹੋ ਗਈ, ਦੈਨ ਇਟ ਇਜ਼ ਅ ਵੈਰੀ ਬੈਡ ਨਿਊਜ਼ ਫॉर ਹੋਲ ਵਰਲਡ। ਕਿਉਂਕਿ ਅਮਰੀਕਾ ਲਈ ਇੰਨੀ ਬੈਡ, ਅਮਰੀਕਾ ਨੇ ਤਾਂ ਆਪਣੇ ਨੂੰ ਬਚਾ ਲੈਣਾ। ਜੇ ਮੇਰੀ ਗੱਲ ਸੁਣੋ, ਤੁਸੀਂ ਕਹਿ ਰਹੇ ਹੋ ਜੀ ਰਸ਼ੀਆ ਬੜਾ ਗਲਤ ਕਰ ਰਿਹਾ, ਯੂਕਰੇਨ ਤੇ ਅਟੈਕ ਕਰ ਰਿਹਾ ਹੈ, ਸ਼ੋਰ, ਠੀਕ ਹੈ, ਪੁਟਿਨ ਸਾਹਿਬ ਨੂੰ ਗ੍ਰਿਫਤਾਰ ਕਰ ਲਓ। ਤੇ ਫਿਰ ਜਦੋਂ ਅਮਰੀਕਾ ਨੇ ਬੰਬਿੰਗ ਕੀਤੀ ਸੀ ਜਾਪਾਨ ਤੇ, ਜਦੋਂ ਵਰਲਡ ਵਾਰ 2 ਬੰਦ ਹੋ ਚੁੱਕਾ ਸੀਗਾ, ਕਿ ਉਦੋਂ ਅਮਰੀਕਨ ਪ੍ਰੈਜ਼ੀਡੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਪੁਆਇੰਟ। ਉਸ ਤੋਂ ਬਾਅਦ ਤੁਹਾਡਾ ਉਹ 7/11 ਦਾ ਅਟੈਕ ਹੁੰਦਾ ਹੈ, ਤੁਸੀਂ ਇਰਾਕ ਦੇ ਉੱਪਰ ਸਾਰਾ ਹਮਲਾ ਕਰ ਦਿੰਦੇ ਹੋ, ਤੁਹਾਨੂੰ ਗ੍ਰਿਫਤਾਰ ਕੀਤਾ ਗਿਆ। ਤੁਹਾਡਾ ਅੱਜ ਵੀ ਦਿਲ ਕਰੇ ਤੁਸੀਂ ਡਰੋਨ ਦੇ ਦੁਆਰਾ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਕਰ ਦਿੰਦੇ ਹੋ, ਹੈ ਨਾ, ਤੁਹਾਨੂੰ ਗ੍ਰਿਫਤਾਰ ਕੀਤਾ ਗਿਆ। ਮੈਨੂੰ ਤਾਂ ਲੱਗਦਾ ਕਿ ਇੰਟਰਨੈਸ਼ਨਲ ਲਾਜ਼ ਨੂੰ ਰੀਰਾਈਟ ਕਰਨ ਦੀ ਲੋੜ ਹੈ, ਦੁਬਾਰਾ ਉਹਨੂੰ ਸਮਝਣ ਦੀ ਲੋੜ ਹੈ, ਕਿਉਂਕਿ ਹੁਣ ਲੋਕਾਂ 'ਚ ਬਹੁਤ ਅਵੇਅਰਨੈਸ ਆ ਗਈ ਹੈ ਬਿਕੋਜ਼ ਆਫ ਸੋਸ਼ਲ ਮੀਡੀਆ। ਲੋਕਾਂ ਨੇ ਵੀ ਸੋਚਣਾ ਸ਼ੁਰੂ ਕਰ ਦਿੱਤਾ ਹੈ। ਯਾ, ਔਰ ਇੱਕ ਚੀਜ਼ ਹੋਰ ਹੈ, ਤੁਸੀਂ ਵਿਵੇਕ ਰਾਮਾਸਵਾਮੀ ਦੀ ਗੱਲ ਕੀਤੀ ਹੈ, ਉਹ ਇਹ ਵੀ ਕਹਿ ਰਹੇ ਨੇ ਕਿ ਜੇ ਚਾਈਨਾ ਦਾ ਮੂੰਹ ਤੋੜ ਜਵਾਬ ਦੇਣਾ ਹੈ ਤਾਂ US ਨੂੰ ਔਰ ਇੰਡੀਆ ਨੂੰ ਇਕੱਠੇ ਆਉਣਾ ਪੈਣਾ ਹੈ, ਇਹ ਵੀ ਕਿਹਾ ਜਾਂਦਾ ਹੈ। ਸੋ ਜੇ ਅਸੀਂ ਇਹ ਸਾਰੇ ਪਰਸਪੈਕਟਿਵ ਦੇਖੀਏ ਤਾਂ ਚਾਈਨਾ ਨਹੀਂ ਆ ਰਿਹਾ G20 ਦੇ ਵਿੱਚ, ਔਰ ਅਮਰੀਕਾ ਵੱਲੋਂ ਇਹ ਸਟੇਟਮੈਂਟ ਹੈ ਕਿ ਚਾਈਨਾ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਇੰਡੀਆ ਲੀਡਰ ਬਣੇ, ਔਰ ਇਸ ਕਰਕੇ ਨਹੀਂ ਆ ਰਿਹਾ। ਔਰ ਪੁਤਿਨ ਸਾਹਿਬ ਆ ਰਹੇ ਨੇ ਕਿ ਨਹੀਂ ਆ ਰਹੇ, ਦ ਪ੍ਰੈਜ਼ੀਡੈਂਟ ਆਫ ਰਸ਼ੀਆ, ਉਹ ਆ ਰਹੇ ਨੇ ਕਿ ਨਹੀਂ ਆ ਰਹੇ, ਉਹ ਵੀ ਹਜੇ ਸ਼ੋਰ ਨਹੀਂ ਹੈ। ਦੇਖੋ ਇੱਦਾਂ ਹੈ ਕਿ ਪੁਤਿਨ ਸਾਹਿਬ ਨਹੀਂ ਆ ਰਹੇ ਸੀਗੇ ਤੇ ਜਿਹੜੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਉਹ ਨਹੀਂ ਸੀ ਆ ਰਹੇ, ਬਾਕੀ ਸਾਰੇ ਆ ਰਹੇ ਸੀਗੇ। ਫਿਰ ਅਮਰੀਕਾ ਜਿਹੜਾ ਰੀਸੈਂਟ ਹੁਣ ਜਿਹੜਾ ਚਾਈਨਾ ਦਾ ਮੈਪ रो ਹੋਇਆ, ਜਿਹਦੇ ਵਿੱਚ ਚਾਈਨਾ ਇੱਕ ਵਾਰੀ ਫਿਰ ਕਲੇਮ ਕਰ ਰਿਹਾ, ਉਹਦੇ ਕਰਕੇ ਫਿਰ ਥਿਊਰੀਜ਼ ਕਨਫਿਊਜ਼ਨ ਕ੍ਰੀਏਟ ਹੋ ਰਹੀ ਹੈ ਕਿ ਸ਼ੀ ਜਿਨਪਿੰਗ ਆਉਣਗੇ ਜਾਂ ਨਹੀਂ। ਹੁਣ ਕਿਉਂ ਨਹੀਂ ਆਉਣਗੇ, ਇਹਦੀਆਂ ਬਹੁਤ ਥਿਊਰੀ ਹੈ, ਬਹੁਤ ਸਾਰੀਆਂ ਥਿਊਰੀਜ਼। ਇੱਕ ਤਾਂ ਉਹ ਥਿਊਰੀ ਜਿਹਦੀ ਤੁਸੀਂ ਗੱਲ ਕੀਤੀ ਹੈ, ਯਾ, ਔਰ ਇਹ ਜੋ ਤੁਸੀਂ ਮੈਪ ਦੀ ਗੱਲ ਕਰ ਰਹੇ ਹੋ, ਇਹ ਸੇਮ ਮੈਪ ਜਿਹਦੇ ਵਿੱਚ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਦਿਖਾਇਆ ਹੈ। ਹੁਣ ਬਹੁਤ ਸਾਰੇ ਏਸ਼ੀਅਨ ਮੁਲਕਾਂ ਨੇ ਵੀ ਇਹਨੂੰ ਕੰਡੈਮ ਕੀਤਾ ਯਾ। ਹੈ ਨਾ। ਦੇਖੋ ਇਹਦੀ ਇੱਕ ਥਿਊਰੀ ਇਹ ਵੀ ਉੱਭਰ ਕੇ ਆ ਰਹੀ ਹੈ ਕਿ ਜਦੋਂ ਪਿਛਲੇ ਹਫਤੇ ਜੋਹਾਨਸਬਰਗ 'ਚ ਸਾਊਥ ਅਫਰੀਕਾ 'ਚ ਜਦੋਂ ਬ੍ਰਿਕਸ ਚੱਲ ਰਿਹਾ ਸੀਗਾ, ਨਾਓ ਬ੍ਰਿਕਸ ਇਜ਼ ਦੀ ਬ੍ਰੇਨ ਚਾਈਲਡ ਆਫ ਚਾਈਨਾ, ਦ ਵੇ G20 ਇਜ਼ ਆਫ ਅਮਰੀਕਾ।
ਤੇ ਉੱਥੇ ਜਿਹੜੇ ਉਹਨਾਂ ਦੇ ਹੈਡ ਆਫ ਦ ਸਟੇਟ ਹੈ, ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਹੈ ਜਿਹੜੇ ਸਾਊਥ ਅਫਰੀਕਾ ਦੇ, ਉਹ ਸ਼ੀ ਜਿਨਪਿੰਗ ਨੂੰ ਤਾਂ ਚਲੇ ਗਏ ਪ੍ਰੋਟੋਕਾਲ ਤੋੜ ਕੇ, ਹੈ ਨਾ, ਉਹਨਾਂ ਨੂੰ, ਲੇਕਿਨ ਮੋਦੀ ਸਾਹਿਬ ਨੂੰ ਉਹ ਨਹੀਂ ਲੈਣ ਗਏ, ਵੈਲਕਮ ਦੇ ਲਈ ਨਹੀਂ ਗਏ, ਕਿਸੇ ਦੂਸਰੇ ਆਫੀਸ਼ੀਅਲ ਨੂੰ ਭੇਜ ਦਿੱਤਾ। ਸ਼ੀ ਜਿਨਪਿੰਗ ਨੂੰ ਇੰਡੀਅਨ ਮੀਡੀਆ ਇਹ ਕਹਿ ਰਹੀ ਹੈ, ਮੋਸਟ ਆਫ ਦ ਇੰਡੀਅਨ ਮੀਡੀਆ, ਜਿੰਨੇ ਵੀ ਮੀਡੀਆ ਹਾਊਸਿਸ ਹੈ, ਕਿ ਸ਼ੀ ਜਿਨਪਿੰਗ ਨੂੰ ਵੀ ਇਹ ਕਿਤੇ ਖੌਫ ਹੈ ਕਿ ਉਹ ਇੰਡੀਆ ਆਉਣ ਅਤੇ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਲੈਣ ਚਲੇ ਜਾਣ, ਜਾਂ ਮੰਨ ਲਓ ਬਾਈਡਨ ਸਾਹਿਬ ਨੂੰ ਲੈਣ ਚਲੇ ਜਾਣ ਜੇ ਮੈਨੂੰ ਨਾ ਲੈਣ ਆਏ। ਇੱਕ ਇਹ ਵੀ ਗੱਲ ਨਿਕਲ ਕੇ ਆ ਰਹੀ ਹੈ। ਦੂਸਰੀ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ ਕਿ ਸ਼ੀ ਜਿਨਪਿੰਗ ਜਿਹੜੇ ਉਹ ਅਵੋਇਡ ਕਰਨਾ ਚਾਹੁੰਦੇ ਅਮਰੀਕਾ ਨੂੰ। ਅਮਰੀਕਾ ਵਾਲੇ ਉਹਨਾਂ ਨੇ ਪੂਰੀ ਤਾਕਤ ਲਗਾਈ ਸੀ, ਉਹਨਾਂ ਦੇ ਬੜੇ ਫੋਰਨ ਮਿਨਿਸਟਰਸ, ਦੂਸਰੇ ਮਿਨਿਸਟਰ ਚਾਈਨਾ 'ਚ ਨਾ ਵਿਜ਼ਿਟ ਕੀਤੇ ਰਹੇ, ਔਰ ਬਿਹਾਈਂਡ ਦੀ ਸੀਨ, ਬਿਹਾਈਂਡ ਦੀ ਕੈਮਰਾਜ਼ ਬੜਾ ਕੁਝ ਚੱਲਿਆ, ਐਂਡ ਦੇ ਵਰ ਐਕਸਪੈਕਟਿੰਗ ਕਿ ਇਸ G20 ਜਿਹੜਾ ਕਿ ਇੰਡੀਆ 'ਚ ਹੋਣਾ ਹੈ, ਉਹਦੇ ਵਿੱਚ ਬਾਈਡਨ ਸਾਹਿਬ ਅਤੇ ਜਿਹੜੇ ਸਾਡੇ ਸ਼ੀ ਜਿਨਪਿੰਗ ਹੈ, ਇਹਨਾਂ ਨੂੰ ਬਾਇਲੈਟਰਲਸ ਆਪਣੀ ਪ੍ਰੋਬਲਮ ਮੁੱਦੇ ਸੋਲਵ ਕਰਨ ਲਈ ਮੌਕਾ ਮਿਲੇਗਾ। ਅਤੇ ਅਮਰੀਕਾ ਬਹੁਤ ਚਾਹੁੰਦਾ ਹੈ ਕਿ ਸ਼ੀ ਜਿਨਪਿੰਗ ਇੱਥੇ ਹੋਣ, ਔਰ ਸ਼ਾਇਦ ਸ਼ੀ ਜਿਨਪਿੰਗ ਉਹਨੂੰ ਵੀ ਅਵੋਇਡ ਕਰਨ ਦੀ ਕੋਸ਼ਿਸ਼ ਕਰ ਰਹੇ। ਹੁਣ ਦੇਖੋ G20 'ਚ ਨੀਦਰ ਪੁਟਿਨ ਇਜ਼ ਕਮਿੰਗ, ਸ਼ੀ ਜਿਨਪਿੰਗ ਵੀ ਹਜੇ ਵੀ ਕਲੈਰਿਟੀ ਨਹੀਂ ਹੈ, ਯੂ ਨੈਵਰ ਨੋ ਆ ਵੀ ਜਾਣ, ਕਲੈਰਿਟੀ ਨਹੀਂ ਹੈ, ਦੇਰ ਇਜ਼ ਨੋ ਆਫੀਸ਼ੀਅਲ ਸਟੇਟਮੈਂਟ ਯੈਟ, ਬਟ 99% ਇਹੀ ਕਿਹਾ ਜਾ ਰਿਹਾ ਹੈ ਨਹੀਂ ਆਣਗੇ। ਤਾਂ ਲੋਕ ਕਹਿ ਰਹੇ ਹੁਣ ਫਿਰ G18 ਬਣ ਗਿਆ, G20 ਤੋਂ, ਯੈਸ, ਕਿ ਇਹ G18 ਬਣ ਗਿਆ ਹੁਣ, ਪੁਟਿਨ ਇਜ਼ ਨॉट देयर, ਸ਼ੀ ਜਿਨਪਿੰਗ ਇਜ਼ ਨॉट ਔਰ देयर, ਫਿਰ ਸਾਰਾ ਗਲੈਮਰ ਤਾਂ ਖਤਮ ਹੋ ਗਿਆ। ਯੈਸ, ਫਿਰ ਗੱਲ ਕਿੰਨਾ ਕਰਨੀ ਹੈ, ਯੈਸ, ਹੂ ਵਿਲ ਡੂ ਇਟ। ਸੋ ਇੱਕ ਜਿਹੜੀ ਤੁਸੀਂ ਬ੍ਰਿਕਸ ਦੀ ਗੱਲ ਕੀਤੀ ਹੈ, ਹਾਂਜੀ, ਉਹਦੇ ਵਿੱਚ ਗੱਲ ਹੋ ਰਹੀ ਹੈ ਕਿ ਅਮਰੀਕਨ ਡਾਲਰਸ ਦੀ ਡਾਲਰਾਈਜੇਸ਼ਨ, ਯੈਸ, ਠੀਕ ਹੈ ਨਾ, ਜੋ ਅਸੀਂ ਕਹਿੰਦੇ ਹਾਂ ਪੂਰਾ ਗਲੋਬ ਜੋ ਹੈ ਅਮਰੀਕਨਾਈਜੇਸ਼ਨ ਹੋਣ ਜਾ ਰਹੀ ਆ, ਉਸ ਨੂੰ ਸਟਾਪ ਕਿਵੇਂ ਕਰਨਾ, ਦੀ ਡਾਲਰਾਈਜੇਸ਼ਨ ਕਰ ਦਿਓ। ਉਹ ਬ੍ਰਿਕਸ ਦੇ ਵਿੱਚ ਖਾਸ ਡਿਸਕਸ਼ਨ ਹੋਈ ਹੈ, ਔਰ ਉੱਥੇ ਭਾਰਤ ਵੀ ਮੌਜੂਦ ਹੈ। ਔਰ ਅੱਜ ਦੀ ਡੇਟ ਦੇ ਵਿੱਚ ਐਕਸਪਰਟਸ ਕਹਿੰਦੇ ਨੇ ਕਿ US ਨੂੰ ਇੰਡੀਆ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅੱਜ ਦੀ ਡੇਟ ਦੇ ਵਿੱਚ US ਨੂੰ ਜ਼ਰੂਰਤ ਹੈ ਇੰਡੀਆ ਦੀ। ਵਾਈ? ਦੇਖੋ ਪਹਿਲੇ ਨਾ ਜਿਹੜੇ ਗਰੁੱਪਿੰਗਸ ਤਾਂ ਪਹਿਲੇ ਵੀ ਹੁੰਦੇ ਸੀ, ਪਹਿਲੇ ਕਲੀਅਰ ਕੱਟ ਹੁੰਦਾ ਸੀਗਾ, ਅਮਰੀਕਨ ਬਲੌਕ ਐਂਡ ਦੀ ਰਸ਼ੀਅਨ ਬਲੌਕ। ਸ਼ੋਰ। ਟੁਡੇ ਯੂ ਹੈਵ G20, BRICS. Now G20 created by Western power, and BRICS created by the China and non-Western countries. ਹੁਣ ਇੰਡੀਆ G20 ਦਾ ਵੀ ਮੈਂਬਰ ਹੈ, BRICS ਦਾ ਵੀ, ਚਾਈਨਾ G20 ਦਾ ਵੀ ਹੈ, BRICS ਦਾ ਵੀ ਹੈ, ਠੀਕ ਹੈ, ਰਸ਼ੀਆ G20 ਦਾ ਵੀ ਹੈ, BRICS ਦਾ ਵੀ ਹੈ। ਤੁਸੀਂ ਇੱਥੇ ਵੀ ਹੋ ਤਾਂ ਤੁਸੀਂ ਉੱਥੇ ਵੀ ਹੋ, ਯੂ ਆਰ ਕ੍ਰੀਏਟਿੰਗ ਮੋਰ ਕਨਫਿਊਜ਼ਨ। ਪਹਿਲੇ ਤਾਂ ਇੱਕ ਕਲੀਅਰ ਕੱਟ ਡਿਵਾਈਡ ਹੁੰਦਾ ਸੀਗਾ, ਹੁਣ ਹੋਰ ਵੀ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਹੋਰ ਵੀ ਮਿਸਟੀਰੀਅਸ ਬਣਾਇਆ ਜਾ ਰਿਹਾ, ਵਿਚ ਇਜ਼ ਨਾਟ ਗੁੱਡ ਫॉर ਕਾਮਨ ਪੀਪਲ। ਆਮ ਆਦਮੀ ਤਾਂ ਇਹੀ ਚਾਹੁੰਦਾ ਨਾ, ਮੇਰੀ ਜਿਹੜੀ ਬੇਸਿਕ ਦੁੱਖ ਤਕਲੀਫ ਹੈ, ਜਿਹੜਾ এনवायरमेंट ਆ ਉਹਨੂੰ ਬਚਾ ਲਓ ਤੁਸੀਂ, ਕਿੱਦਾਂ ਬਚੇਗਾ? ਉਸ ਤੋਂ ਵੀ ਜ਼ਿਆਦਾ ਜਿਹੜੀ ਮਾੜੀ ਘਟਨਾ ਘਟੀ ਹੈ ਉਹ ਇਹ ਹੈ ਕਿ ਜਿੱਦਾਂ ਹੁਣ G20 ਹੈ, ਠੀਕ ਹੈ, ਇਹ ਜੀਓ ਇਕਨੋਮਿਕ ਫੋਰਮ ਹੈ, ਸ਼ੋਰ, ਪਰ ਇਹਨੂੰ ਜੀਓ ਪੋਲੀਟੀਕਲ ਲਈ ਇਸਤੇਮਾਲ ਕੀਤਾ ਜਾ ਰਿਹਾ। ਜੀਓ ਪੋਲੀਟੀਕਲ ਦੇ ਲਈ ਮਤਲਬ ਮੈਨੂੰ ਤਾਂ ਬਹੁਤ ਸਾਰੇ ਹੀ ਇਹ ਕਹਿ ਰਹੇ ਨੇ, ਸਾਰੇ ਸਕਾਲਰਸ ਕਹਿ ਰਹੇ ਨੇ ਕਿ G20 'ਚ ਇਹ ਨਾ ਹੋਵੇ ਕਿ ਬਾਕੀ ਮੁੱਦੇ ਡਿਸਕਸ ਹੀ ਨਾ ਹੋਣ, ਠੀਕ ਹੈ, ਅਤੇ ਸਾਰੀ ਲਾਈਮਲਾਈਟ ਯੂਕਰੇਨ ਹੀ ਨਾ ਲੈ ਜਾਏ, ਯੂਕਰੇਨ ਨੂੰ ਲੈ ਕੇ ਹੀ ਸਾਰੇ, ਉਹਦੇ ਕਰਕੇ ਇਹ ਨਾ ਹੋਵੇ ਕਿ ਕੋਈ ਜਵਾਬ ਹੀ ਨਾ ਨਿਕਲੇ। ਔਰ ਜਿੱਦਾਂ ਪਹਿਲੇ ਕਿਹਾ ਕਿ ਇੰਡੀਆ 'ਚ 200 ਮੀਟਿੰਗਸ ਹੋ ਚੁੱਕੀਆਂ ਹੋਈਆਂ, ਮਾਰਚ ਦੀਆਂ ਮੀਟਿੰਗਸ ਸ਼ੁਰੂ ਹੋਈਆਂ ਹੋਈਆਂ, ਔਰ ਕਈ ਖਬਰਾਂ 'ਚ ਕਈ ਮੀਡੀਆ ਹਾਊਸਿਸ ਨੇ ਇਹ ਖਬਰ ਕੱਢੀ ਹੈ ਕਿ ਦੇਰ ਵਾਜ਼ ਨੋ ਸਕਸੈਸ। ਵਾਟ ਇਫ G20 'ਚ ਜਿਹੜੀ ਜੁਆਇੰਟ ਸਟੇਟਮੈਂਟ ਆਉਣੀ, ਜੇ ਕੋਈ ਸਕਸੈਸ ਨਾ ਮਿਲੀ, ਇਹਦਾ ਮਤਲਬ ਇੰਨਾ ਤਾਮਝਾਮ ਹੋ ਰਿਹਾ, ਇੰਨੇ ਦੇ ਮਤਲਬ ਇੰਨੀ ਇਕਨੋਮਿਕ ਮੋਬਿਲਾਈਜੇਸ਼ਨ ਹੋ ਰਹੀ ਹੈ, ਇੰਨਾ ਪੈਸਾ ਖਰਚ ਹੋ ਰਿਹਾ, ਸਭ ਕੁਝ ਹੋ ਰਿਹਾ, ਔਰ ਵਿੱਚੋਂ ਕੁਝ ਵੀ ਨਹੀਂ ਨਿਕਲ ਰਿਹਾ। ਯਾ ਤੁਸੀਂ ਇਹ ਕਹਿ ਰਹੇ ਹੋ ਕਿ ਰਸ਼ੀਆ ਨਹੀਂ ਆ ਰਿਹਾ, ਚਾਈਨਾ ਨਹੀਂ ਆ ਰਿਹਾ, ਤਾਂ 20 ਦੀ ਥਾਂ ਤੇ 18 ਦੇਸ਼ ਰਹਿ ਗਏ, ਤਾਂ G18 ਹੋਣਾ ਚਾਹੀਦਾ। ਔਰ ਤੁਸੀਂ ਕਹਿ ਰਹੇ ਹੋ ਅਮਰੀਕਾ ਚਾਹੁੰਦਾ ਕਿ ਰਸ਼ੀਆ ਵੀ ਉੱਥੇ ਹੋਵੇ, ਚਾਈਨਾ ਵੀ ਉੱਥੇ ਹੋਵੇ, ਤਾਂ ਹੀ ਸਾਰੀ ਗੱਲਬਾਤ ਹੋਏਗੀ, ਨਹੀਂ ਤੇ ਸਾਰਾ ਗਲੈਮਰ ਹੀ ਖਤਮ ਹੋ ਗਿਆ। ਇੰਨਾ ਖਰਚਾ ਕਿਉਂ ਹੋ ਰਿਹਾ? ਤੁਸੀਂ ਕਹਿ ਰਹੇ ਹੋ ਕਿ ਜੋ ਇੰਟਰਨੈਸ਼ਨਲ ਲਾਜ਼ ਨੇ ਉਹਨਾਂ ਨੂੰ ਇੰਨਾ ਕੰਪਲਿਕੇਟਡ ਕੀਤਾ ਜਾ ਰਿਹਾ ਹੈ, ਮਿਸਟੀਰੀਅਸ ਕੀਤਾ ਜਾ ਰਿਹਾ ਕਿ ਉਹ ਸਮਝ ਨਹੀਂ ਆਉਂਦੇ ਕਿ ਕੌਣ ਕਿਹਦੇ ਨਾਲ ਹੈ, ਕੌਣ ਕਿਹਦੇ ਨਾਲ ਹੈ, ਕੌਣ ਕਿਹਦੇ ਖਿਲਾਫ ਹੈ, ਕੌਣ ਕਿਹਦਾ ਦੋਸਤ ਹੈ। ਫਿਰ ਤੁਸੀਂ ਉਤੋਂ ਫਿਰ ਪਤਾ ਕੀ ਕਰਦੇ, ਡਿਪਲੋਮੈਸੀ ਦਾ ਪਹਿਰਾਵਾ ਕਿ ਦਿਸ ਇਜ਼ ਸੌਫਟ ਡਿਪਲੋਮੈਸੀ ਜਾਂ ਹਾਰਡ ਡਿਪਲੋਮੈਸੀ ਜਾਂ ਡਿਪਲੋਮੈਟਿਕ ਇੱਦਾਂ ਹੀ ਚੱਲਦੇ ਹੈ। ਤੁਸੀਂ ਦੁਨੀਆ ਨੂੰ ਹੁਣ ਪਾਗਲ ਨਹੀਂ ਬਣਾ ਸਕਦੇ। ਯੈਸ, ਤੁਸੀਂ ਦੁਨੀਆ ਨੂੰ ਪਾਗਲ ਨਹੀਂ ਬਣਾ ਸਕਦੇ। ਤੁਸੀਂ ਇੱਥੇ ਇੱਕ ਲਫ਼ਜ਼ ਦਾ ਇਸਤੇਮਾਲ ਕੀਤਾ ਕਿ
ਇੰਟਰਨੈਸ਼ਨਲ ਲਾਜ਼ ਨੂੰ ਦੁਬਾਰਾ ਲਿਖਣ ਦੀ ਲੋੜ ਹੈ? ਯੈਸ, ਵਾਈ? ਉਹਦਾ ਰੀਜ਼ਨ ਇਹ ਹੈ, ਜਦੋਂ ਤੁਸੀਂ ਇੰਨੇ ਵੱਡੇ ਵੱਡੇ ਪਲੇਟਫਾਰਮ ਬਣਾਉਂਦੇ ਹੋ, ਠੀਕ ਹੈ, ਤੁਸੀਂ ਮੈਨੂੰ ਇੱਕ ਮਿੰਟ ਦੱਸੋ ਕਿ ਯੂਐਨ ਸਿਕਿਉਰਿਟੀ ਕਾਉਂਸਲ ਹੈ, ਯੂਐਨ ਸਿਕਿਉਰਿਟੀ ਕਾਉਂਸਲ ਨੇ ਅੱਜ ਤੱਕ ਇੱਕ ਮੈਨੂੰ ਤੁਸੀਂ ਦੱਸ ਦਿਓ ਜਿਹੜੀ ਕੋਈ ਪ੍ਰੋਬਲਮ ਸੋਲਵ ਕੀਤੀ ਹੋਈ ਦੁਨੀਆ ਦੀ। ਜਦੋਂ ਕੋਈ ਪ੍ਰੋਬਲਮ ਸੋਲਵ ਹੋਣ ਲੱਗਦੀ, ਕਦੇ ਕੋਈ ਵੀਟੋ ਯੂਜ਼ ਕਰ ਲੈਂਦਾ, ਕਦੇ ਕੋਈ ਯੂਜ਼ ਕਰ ਲੈਂਦਾ, ਕਦੇ ਕੋਈ ਯੂਜ਼ ਕਰ ਲੈਂਦਾ, ਰਾਈਟ? ਚਲੋ ਉਹ ਪੁਰਾਣਾ ਸੀਗਾ, ਹੁਣ ਆ ਨਵੇਂ ਪਲੇਟਫਾਰਮਸ ਬਣੇ। G20 ਇਜ਼ ਅ ਨਿਊ ਪਲੇਟਫਾਰਮ, ਆਸੀਆਨ ਹੈ, ਬ੍ਰਿਕਸ ਹੈ। ਇਹਨਾਂ ਨੇ ਕੀ ਕਰ ਲਿਆ ਮੈਨੂੰ ਦੱਸੋ? ਵਾਟ ਹੈਵ ਦੇ SCO ਦਾ ਸਮਿਟ ਪਿਛਲੇ ਸਾਲ ਹੋਇਆ। ਮਤਲਬ ਵੀ ਆਰ ਜਸਟ ਪੁਸ਼ਿੰਗ ਆਵਰ ਈਗੋਜ਼। ਹੁਣ G20 'ਚ 2 ਮੁਲਕ ਨਹੀਂ ਆ ਰਹੇ, ਰਾਈਟ? ਵੱਡੇ ਵੱਡੇ ਮੁਲਕ ਹੈ। ਕਿੱਦਾਂ ਇੰਨਾ ਬਗੈਰ ਪ੍ਰੋਬਲਮ ਸੋਲਵ ਹੋ ਜਾਣਗੀ ਦੁਨੀਆ ਦੀਆਂ? ਵਾਈ? ਬਿਕੋਜ਼ ਆਫ देयर ਪਰਸਨਲ ਪ੍ਰੋਬਲਮਸ, ਪਰਸਨਲ ਇੰਟਰਸਟ। ਓਕੇ, ਹੈ ਨਾ? ਤੇ ਫਿਰ ਕੀ ਫਾਇਦਾ ਇੱਦਾਂ ਦੇ ਪਲੇਟਫਾਰਮਸ? ਇੱਕ ਆਮ ਆਦਮੀ ਨੇ, ਉਹਨਾਂ ਨੂੰ ਨਹੀਂ ਸਮਝ ਆਣੀ ਜੇ ਤੁਸੀਂ ਡਿਪਲੋਮੈਟ ਦਾ ਅੱਛੇ ਸੂਟ ਬੂਟ ਪਾ ਕੇ ਸੋਫਿਸਟੀਕੇਟਡ ਵੇ ਨਾਲ ਕੈਮਰਾਜ਼ ਦੇ ਨਾਲ ਤੁਸੀਂ ਇੱਦਾਂ ਗੱਲਬਾਤ ਕਰੋਗੇ, ਦੇ ਆਰ ਨਾਟ ਬੋਦਰਡ ਅਬਾਊਟ ਦੈਟ। ਉਹ ਤੁਸੀਂ ਮੀਡੀਆ ਦੇ ਲਈ ਹੈ, ਤੁਸੀਂ ਫੋਟੋ ਸ਼ੂਟ ਕਰਾਉਣਾ, ਤੁਸੀਂ ਦਿਖਾਣਾ, ਉੱਥੇ ਤੱਕ ਉਹ ਠੀਕ ਲੱਗਦਾ। ਸ਼ੋਰ। ਆਮ ਬੰਦਾ ਪੁੱਛੇਗਾ ਤੁਸੀਂ ਕੰਕਰੀਟ ਵਾਟ ਇਜ਼ ਦੀ ਰਿਜ਼ਲਟ? ਹਾਂ, ਮਤਲਬ ਜਿੱਦਾਂ ਜਾਂ ਤਾਂ ਹੋਵੇ ਨਾ G20 ਦਾ ਸੰਮੇਲਨ ਹੋ ਰਿਹਾ, ਨੈਕਸਟ ਸਟੇਟਮੈਂਟ ਆ ਰਹੀ, ਉਹ ਸਾਰੇ ਦੇਸ਼ਾਂ ਨੇ ਇੱਕ ਬੜਾ ਹੀ ਅੱਛਾ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ, ਦੁਨੀਆ ਨੂੰ ਅੰਡਰਸਟੈਂਡ ਕੀਤਾ, ਦੁਨੀਆ ਦੇ ਇੰਟਰਸਟ ਲਈ। ਓਕੇ, ਰਸ਼ੀਅਨ ਯੂਕਰੇਨ ਵਾਰ ਇਜ਼ ਓਵਰ। ਕੋਈ ਇੱਕ ਮਸਲਾ ਮੈਨੂੰ ਤੁਸੀਂ ਦੱਸ ਦਿਓ, ਹੋ ਸਕਦਾ ਮੈਂ ਗਲਤ ਹੋਵਾਂ, ਸ਼ਾਇਦ ਮਸਲੇ ਹੱਲ ਵੀ ਹੋਏ ਹੋਣ, ਕੀ ਅਸੀਂ ਕੋਈ ਮਸਲਾ ਹੱਲ ਕਰ ਪਾਏ? ਸੋ ਯੂ ਮੀਨ ਟੂ ਸੇ ਕਿ ਹਰ ਕੰਟਰੀ ਆਪਣਾ ਪਰਸਨਲ ਇੰਟਰਸਟ ਦੇਖਦਾ, ਮੈਨੂੰ ਕੀ ਮਿਲਿਆ, ਮੇਰਾ ਕੀ ਫਾਇਦਾ ਹੋਇਆ? ਪਰਸਨਲ ਈਗੋਜ਼, ਪਰਸਨਲ ਐਟੀਟਿਊਡਸ, ਨੈਸ਼ਨਲ ਇੰਟਰਸਟ, ਪਰਸਨਲ ਬਿਜ਼ਨਸ, ਦੌੜ, ਇੱਕ ਮੈਡ ਰੇਸ। ਤਾਂ ਫਿਰ ਇਹ ਸਾਰਾ ਖਰਚਾ, ਹਿਊਮਨ ਕਾਈਂਡ ਨੂੰ ਤੁਸੀਂ ਕੀ ਫਾਇਦਾ ਦੇ ਰਹੇ ਹੋ? ਹਿਊਮਨ ਰਾਈਟਸ ਕਿੱਥੇ ਗਏ? ਕਿੱਥੇ ਹੈ ਹਿਊਮਨ ਹਿਊਮਨ ਕਾਈਂਡ ਕਿੱਥੇ ਗਈ? ਕਿੱਥੇ ਹੈ? ਸੋ ਇਹ ਸਭ ਡਰਾਮਾ ਹੈ, ਪਬਲਿਕ ਦਾ ਪੈਸਾ ਖਰਚ ਕਰਕੇ ਇਹ ਸਭ ਡਰਾਮਾ ਹੋ ਰਿਹਾ ਹੈ। ਮਤਲਬ ਪਹਿਲੇ ਤੇ ਨੈਸ਼ਨਲ ਲੈਵਲ ਦੇ ਅੰਦਰ ਅਸੀਂ ਪਬਲਿਕ ਦਾ ਪੈਸਾ ਇਸਤੇਮਾਲ ਕਰਦੇ ਸੀ, ਹੁਣ ਲੋਕਾਂ ਦੇ ਅੰਦਰ ਮਾਈਂਡ 'ਚ ਇਹ ਵੀ ਮਾਈਂਡਸੈਟ ਬਣਨਾ ਸ਼ੁਰੂ ਹੋ ਗਿਆ ਕਿ ਅੰਤਰਰਾਸ਼ਟਰੀ ਸਤਰ ਤੇ ਵੀ ਇਦਾਂ ਹੋਣਾ ਸ਼ੁਰੂ ਹੋ ਗਿਆ। ਇੰਟਰਨੈਸ਼ਨਲ ਲੈਵਲ ਤੇ ਡਰਾਮਾ, ਇੰਟਰਨੈਸ਼ਨਲ ਡਰਾਮਾ। ਯੈਸ। ਦੇਖੋ, ਮੈਂ ਬੀਇੰਗ ਐਨ ਐਕੈਡਮਿਸ਼ੀਅਨ, ਮੈਂ ਇੱਦਾਂ ਦੀ ਗੱਲ ਕਿਉਂ ਕਰ ਰਹੀ ਹਾਂ ਬੈਠ ਕੇ? ਕਿਉਂਕਿ ਤੁਸੀਂ ਜਦੋਂ ਕਿਤਾਬਾਂ ਦੀ ਦੁਨੀਆ 'ਚੋਂ ਨਿਕਲ ਕੇ, ਮੀਡੀਆ ਦੀ ਦੁਨੀਆ 'ਚੋਂ ਨਿਕਲ ਕੇ ਜੋ ਸਾਨੂੰ ਖਬਰਾਂ ਪਰੋਸੀਆਂ ਜਾਂਦੀਆਂ, ਜਦੋਂ ਤੁਸੀਂ ਉਹ ਦੁਨੀਆ 'ਚੋਂ ਨਿਕਲ ਕੇ ਆਮ ਬੰਦੇ ਨਾਲ ਗੱਲਬਾਤ ਕਰਦੇ ਹੋ ਨਾ, ਉਹ ਹੱਸਦੇ ਹੋ, ਕਹਿੰਦੇ ਮੈਡਮ ਜੀ ਛੱਡੋ ਛੱਡੋ ਮੈਡਮ ਜੀ, ਕੀ ਰਿਜ਼ਲਟ ਹੈ ਦੱਸੋ ਜੀ? ਇਹਦੇ ਨਾਲੋਂ ਚੰਗਾ ਤੇ ਉਹ ਪਿੰਡ ਵਿੱਚ ਪੰਚਾਇਤਾਂ ਬੈਠ ਕੇ ਮਸਲੇ ਹੱਲ ਕਰ ਲੈਂਦੀਆਂ। ਸ਼ੋਰ ਹੈ, ਛੋਟੇ ਲੈਵਲ ਦੇ ਉੱਤੇ ਪਿੰਡਾਂ ਦੇ ਵਿੱਚ ਮਸਲੇ ਹੱਲ ਔਰ ਕਰਦੀਆਂ ਤੁਸੀਂ ਇਹ ਕਹਿ ਕੇ ਆਪਣੀ ਜਾਨ ਬਚਾ ਲੋਗੇ ਜੀ। ਜੁਆਇੰਟ ਸਟੇਟਮੈਂਟ ਨਹੀਂ ਹੋ ਸਕੀ ਕਿਉਂਕਿ ਰਸ਼ੀਅਨ ਵਾਰ ਦੇ ਉੱਪਰ ਕੋਈ ਸਾਂਝੀ ਗੱਲਬਾਤ ਨਹੀਂ ਨਿਕਲੀ, ਹੈਂਸ ਦਿਸ ਸਮਿਟ ਇਜ਼ ਫੇਲਡ। ਰੱਬ ਨਾ ਕਰੇ ਫੇਲ ਹੋਵੇ, ਰੱਬ ਕਰੇ। ਬਹੁਤ ਮੇਰੀ ਧਰਤੀ ਹੈ, ਭਾਰਤ ਹੈ, ਦੁਨੀਆ ਨੂੰ ਇਹਦਾ ਬਹੁਤ ਫਾਇਦਾ ਹੋਵੇ, ਮੇਰੀ ਇਹ ਦੁਆ ਹੈ, ਪ੍ਰੇਅਰ ਹੈ। ਲੇਕਿਨ ਇਹ ਵੀ ਇੱਕ ਡਰ ਹੈ ਕਿ ਤੁਸੀਂ ਬਸ ਇਹ ਵਾਈਂਡ ਅਪ ਕਰ ਦੋਗੇ, ਓ ਵੀ ਕੁਡਨਟ ਡੂ ਇਟ, ਇਹ ਅਸੀਂ ਕੰਸੈਂਸਸ ਨਹੀਂ ਡਿਵੈਲਪ ਕਰ ਪਾਏ। ਓ ਗॉड, ਇੱਕ ਸਾਂਝੀ ਸੋਚ ਡਿਵੈਲਪ ਨਹੀਂ ਹੋਈ। ਇਸ ਕਰਕੇ ਕੋਈ ਕਾਮਨ ਪੁਆਇੰਟ ਨਹੀਂ ਹੈ ਡਿਸਕਸ ਕਰਨ ਵਾਸਤੇ। ਇਸ ਕਰਕੇ ਜੇ ਕਾਮਨ ਪੁਆਇੰਟ ਨਹੀਂ ਡਿਸਕਸ ਕਰਨ ਵਾਸਤੇ, ਹੈਂਸ ਪ੍ਰੋਬਲਮ ਉੱਥੇ ਰਹੇਗੀ। ਕਿਉਂਕਿ ਵਰਲਡ ਲੀਡਰਸ ਨੂੰ ਹੁਣ ਬੈਠ ਕੇ ਆਪਣੀ ਈਗੋਜ਼ ਨੂੰ ਸਾਈਡ ਤੇ ਰੱਖ ਕੇ ਗਲੋਬ ਬਾਰੇ ਸੋਚਣਾ ਪੈਣਾ ਹੈ, ਅਰਥ ਬਾਰੇ ਸੋਚਣਾ ਪੈਣਾ ਹੈ, ਅਰਥ ਦੀ ਜਿੰਨਾ ਕੁ ਅਸੀਂ ਰਿਸੋਰਸਿਸ ਨੂੰ ਡਿਪਲੀਟ ਕਰ ਰਹੇ ਉਹਦੇ ਬਾਰੇ ਸੋਚਣਾ ਪੈਣਾ। ਦੇ ਹੈਵ ਟੂ ਥਿੰਕ ਓਵਰ। ਡੂ ਯੂ ਥਿੰਕ? ਔਰ ਅਮਰੀਕਾ ਨੂੰ ਬਹੁਤ ਅੱਛੀ ਓਪਰਚੁਨਿਟੀ ਹੈ G20 ਦੇ ਪਲੇਟਫਾਰਮ ਦੇ। ਹੁਣ ਅਮਰੀਕਾ ਇੱਕ ਵਾਰੀ ਵੈਸਟਰਨ ਲੀਡਰਸ਼ਿਪ ਛੱਡ ਕੇ ਇੱਕ ਗਲੋਬਲ ਲੀਡਰ ਬਣੇ। ਡੂ ਯੂ ਥਿੰਕ ਜੋ ਇਹ ਆਪਾਂ ਸਾਰੀਆਂ ਗੱਲਾਂ ਕਰ ਰਹੇ ਹਾਂ, ਉਹਨਾਂ ਨੂੰ ਵੀ ਪਤਾ ਨਹੀਂ? ਦੇ ਆਰ ਮੋਰ ਇੰਟੈਲੀਜੈਂਟ, ਦੇ ਆਰ 100 ਟਾਈਮਸ ਕਰੋੜ ਟਾਈਮਸ ਅਹੈਡ ਆਫ ਅਸ। ਯੈਸ, ਦੈਨ ਤੇ ਤੁਹਾਨੂੰ ਤੇ ਮੈਨੂੰ ਉਲਝਾਇਆ ਹੋਇਆ ਹੈ ਇਸ ਇਹ ਡਿਸਕਸ਼ਨ 'ਚ। ਸੋ ਦ ਪੁਆਇੰਟ ਇਜ਼, ਹਾਂਜੀ, ਕਰਦੇ ਕਿਉਂ ਨਹੀਂ? ਬਾਈਡਨ ਸਾਹਿਬ ਕਰਦੇ ਕਿਉਂ ਨਹੀਂ? ਨਾਓ ਦ ਪੁਆਇੰਟ ਇਜ਼ ਦਿਸ, ਕਿਉਂ ਨਹੀਂ ਕਰਦੇ ਪਏ ਜਦੋਂ ਸਭ ਨੂੰ ਇਹ ਐਕਸਪੈਕਟੇਸ਼ਨਸ ਨੇ ਕਿ ਜੋ ਬਾਈਡਨ ਬੀਇੰਗ ਅ ਵਰਲਡ ਲੀਡਰ ਸ਼ੁੱਡ ਡੂ these jobs? ਇਹਦੀ ਇੱਕ ਹੋਰ ਐਕਸਪਲੇਨੇਸ਼ਨ ਹੈ, ਬੜੀ ਇੰਟਰਸਟਿੰਗ ਜਿਹੀ ਹੈ, ਮੇਰੇ ਕੋਲ ਕੋਈ ਫੈਕਟ ਨਹੀਂ ਹੈ ਉਹਨੂੰ ਸਪੋਰਟ ਕਰਨ ਲਈ, ਕਿ ਇਹ ਮੰਨਿਆ ਜਾਂਦਾ ਹੈ ਕਿ ਅਮਰੀਕਾ ਦੇ ਅੰਦਰ ਡੀਪ ਸਟੇਟ ਹੈ ਜਿਹੜੀ ਨਾ,
ਬੜੀ ਪਾਵਰਫੁਲ ਹੈ। ਓਕੇ, ਨਾਓ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਡੀਪ ਸਟੇਟ ਕੀ ਹੈ। ਡੀਪ ਸਟੇਟ ਉਹ ਲੋਕ ਹੈ ਜਿਹੜੇ ਬਿਹਾਈਂਡ ਸੀਨ ਅੰਡਰ ਕਰੰਟਸ ਹੁੰਦੇ ਨਾ, ਜਿਹੜੇ ਮਤਲਬ ਮੋਹਰਾਂ ਤੇ ਬਣਾਉਣਗੇ ਪ੍ਰੈਜ਼ੀਡੈਂਟ ਨੂੰ ਜਾਂ ਕਾਂਗਰਸ ਨੂੰ ਜਾਂ ਵਾਈਟ ਹਾਊਸ ਨੂੰ, ਔਰ ਪ੍ਰੈਜ਼ੀਡੈਂਟ ਆਉਂਦੇ ਜਾਂਦੇ ਰਹਿੰਦੇ, ਪੋਲੀਟੀਕਲ ਪਾਰਟੀਜ਼ ਉਹ ਜਿਹੜੀਆਂ ਚੇਂਜ ਹੁੰਦੀਆਂ, ਕਦੇ ਰਿਪਬਲਿਕਨ ਕਦੇ ਉਹ, ਲੇਕਿਨ ਉਹ ਫਿਕਸਡ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਹੈ, ਔਰ ਉਹ ਇੰਨੇ ਕੁ ਜ਼ਿਆਦਾ ਡੋਮੀਨੇਟ ਕਰਦੇ ਹੈ ਕਿ ਕਦੀ ਕਦੀ ਪ੍ਰੈਜ਼ੀਡੈਂਟ ਨੂੰ ਵੀ ਕੁਝ ਹੋਰ ਕਰਨਾ ਚਾਹੁੰਦੇ ਆ, ਲੇਕਿਨ ਉਹਨਾਂ ਨੂੰ ਉਹਨਾਂ ਦਾ ਕਹਿਣਾ ਮੰਨਣਾ ਪੈਂਦਾ ਹੈ। ਟਰੰਪ ਸਾਹਿਬ ਨੇ ਵੀ ਇਹਦੇ ਖਿਲਾਫ ਇੱਕ ਵਾਰੀ ਆਵਾਜ਼ ਉਠਾਈ ਸੀ, ਤੇ ਜਿਹੜੇ ਵਿਵੇਕ ਰਾਮਾਸਵਾਮੀ ਹੈ ਇਹ ਵੀ ਇਹਦੇ ਬਾਰੇ ਗੱਲਬਾਤ ਕਰਦੇ ਨੇ ਕਿ ਡੀਪ ਸਟੇਟ ਨੂੰ ਅਸੀਂ ਇੰਨਾ ਜ਼ਿਆਦਾ ਹਾਵੀ ਨਹੀਂ ਹੋਣਾ, ਜਿਹੜੇ ਅੰਡਰ ਕਰੰਟਸ ਹੈ। ਮਤਲਬ ਇਹ ਹੈ ਕਿ ਸਾਹਮਣੇ ਕੋਈ ਹੋਰ ਦਿਖਾਈ ਦਿੰਦਾ yes. ਤੇ ਪਰਦੇ ਦੇ ਪਿੱਛੇ ਜਿਹੜੀ ਗੇਮ ਖੇਡਣੀ ਹੈ ਉਹ ਖੇਡਣ ਵਾਲੇ ਗੇਮ ਕੋਈ ਹੋਰ ਨੇ। ਬਿਲਕੁਲ ਬਿਲਕੁਲ। ਔਰ ਇਹ ਹਰ ਦੇਸ਼ ਦੇ ਵਿੱਚ ਹੈ। ਇਹ ਹਰ ਦੇਸ਼ 'ਚ ਹੈ। ਅਮਰੀਕਾ ਦਾ ਡੀਪ ਸਟੇਟ ਜ਼ਰਾ ਜ਼ਿਆਦਾ ਪਾਵਰਫੁਲ ਹੈ, ਅਦਰਵਾਈਜ਼ ਡੀਪ ਸਟੇਟ ਹਰ ਸਟੇਟ ਦੀ ਹੁੰਦੀ ਹੈ, ਔਰ ਉਹ ਡੀਪ ਸਟੇਟ ਅੰਦਰੋਂ ਅੰਦਰੀ ਆਪਣੇ ਦੇਸ਼ ਦੇ ਲਈ ਕੰਮ ਕਰ ਰਹੀ ਹੁੰਦੀ ਹੈ। ਹੁਣ ਜਿੱਦਾਂ ਇੱਕ ਆਰਮੀ ਹੈ, ਆਰਮੀ ਪਰਸੋਨਲ ਹੈ ਜਿਹੜੇ, ਉਹ ਤਾਂ ਬਾਰਡਰ ਤੇ ਖੜੇ ਖੜੇ ਲੜ ਰਹੇ ਹੈ, ਡੀਪ ਸਟੇਟ ਅੰਦਰੋਂ ਅੰਦਰ ਹੀ ਕਰ ਰਹੀ ਹੈ। ਓਕੇ, ਹਰ ਦੇਸ਼ ਦਾ ਹੁੰਦਾ ਜੀ, ਹਰ ਦੇਸ਼ ਦਾ ਹੁੰਦਾ ਹੈ। ਸੋ ਅਸੀਂ ਐਕਸਪੈਕਟ ਕੀ ਕਰਦੇ ਹਾਂ ਕਿ ਇੱਕ ਬਰੀਫ ਸਟੇਟਮੈਂਟ, ਦੈਨ ਆਪਾਂ ਇੱਕ ਫਾਈਨਲ ਵਰਡਸ ਦੇ ਉੱਤੇ ਇਸ ਨੂੰ ਕਨਕਲੂਡ ਕਰਦੇ ਹਾਂ ਕਿ ਆਪਾਂ ਐਕਸਪੈਕਟ ਕੀ ਕਰਦੇ ਹਾਂ G20 ਤੋਂ ਔਰ ਜੋ ਬਾਈਡਨ ਸਾਹਿਬ ਤੋਂ। ਐਕਸਪੈਕਟੇਸ਼ਨ ਇਹ ਹੈ ਕਿ ਹੁਣ ਉਹ ਵੈਸਟ ਦੇ ਲੀਡਰ ਛੱਡ ਕੇ ਤੇ ਗਲੋਬਲ ਲੀਡਰ ਦੇ ਰੂਪ ਨਾਲ ਅੱਗੇ ਆਉਣ। ਇਹ ਪਲੇਟਫਾਰਮ ਬਹੁਤ ਵਧੀਆ ਹੈ ਜੀਓ ਬਾਈਡਨ ਸਾਹਿਬ, ਜੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ, ਵੈਸੇ ਤਾਂ ਸਾਡਾ ਪ੍ਰੋਗਰਾਮ ਪੰਜਾਬੀ 'ਚ ਹੈ, ਪਰ ਮੇਰੀ ਦੁਆ ਹੈ ਕਿ ਸਾਡੀਆਂ ਵਾਈਬਸ ਪਹੁੰਚ ਜਾਣ ਤੁਹਾਡੇ ਤੱਕ, ਪਰਮਾਤਮਾ ਤੁਹਾਡੇ ਅੰਗ ਸੰਗ ਰਵੇ ਤੇ ਤੁਸੀਂ ਦੁਨੀਆ ਦੇ ਲੀਡਰ ਦੇ ਰੂਪ 'ਚ ਕੰਮ ਕਰੋ, ਨਾ ਕਿ ਵੈਸਟ ਦੇ ਲੀਡਰ ਦੇ ਰੂਪ। ਜੀ ਬੇਸ਼ੱਕ ਸਾਡਾ ਪ੍ਰੋਗਰਾਮ ਪੰਜਾਬੀ ਵਿੱਚ ਹੈ, ਪਰ ਸਾਡੇ ਪੰਜਾਬੀ ਯੈਸ, ਸਾਡਾ ਪੰਜਾਬੀ ਡਾਇਸਪੋਰਾ ਬੈਠਾ ਹੈ ਅਮਰੀਕਾ ਦੇ ਵਿੱਚ, ਉਹ ਟਰਾਂਸਲੇਟ ਕਰਕੇ ਜੋ ਬਾਈਡਨ ਸਾਹਿਬ ਨੂੰ ਦੱਸ ਸਕਦਾ ਹੈ। ਯੈਸ, ਸੋ ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਟਾਕ। ਥੈਂਕ ਯੂ। ਔਰ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।